ਆਪਦੇ ਚੇਲੇ ਬਣਾਉਣ ਵਿੱਚ ਲੱਗ ਗਏ ਸਨ। ਪੂਰਬ ਜੁਗਨ ਬਿਖੈ ਤਪ ਜਾਗਿਆ। ਕਿਉਂਕਿ ਪਹਿਲੇ ਚ ਜਿਹੜੇ ਯੁੱਗ ਲੰਘੇ ਤਿੰਨ, ਉਹਨਾਂ ਵਿੱਚ ਜਿਹੜੇ ਤਪ ਕਰਨੇ ਜਗ ਕਰਨੇ ਸਨ। ਕਰ ਕਰ ਸਾਧਨ ਭਏ ਤਤਾਗਿਆ। ਤੇ ਉਹ ਤ੍ਰੇਤੇ ਦੁਆਪਰ ਸਤਯੁਗ ਵਿੱਚ ਜਿਹੜੇ ਲੋਕ ਸੀਗੇ ਉਹ ਬੜੇ ਭਾਰੀ ਜਗ ਕਰਦੇ ਸੀ, ਪੁੰਨ ਦਾਨ ਕਰਦੇ ਸੀ, ਸੱਚ ਬੋਲਦੇ ਸੀ। ਸੱਚ ਬੋਲ ਬੋਲ ਕੇ ਉਹਨਾਂ ਸਾਰਿਆਂ ਨੇ ਜਿਹੜਾ ਵਾ ਉਹ ਆਪਦੇ ਆਪ ਨੂੰ ਤੱਗ ਕਹੀਏ ਗਿਆਨੀ ਬਣ ਗਏ ਸੀ। ਜਿਹੜੇ ਵਾ ਉਹ ਬ੍ਰਹਮ ਗਿਆਨੀ ਹੋ ਗਏ ਸਨ, ਤਤ ਵੇਤੇ ਬਣ ਗਏ ਸਨ। ਕਲ ਮਹਿ ਸ਼ਗਤ ਹੀਨ ਨਰ ਰਹੇ। ਪਰ ਹੁਣ ਭਾਈ ਸਾਹਿਬ ਜੀ ਕਹਿੰਦੇ ਕਲਯੁਗ ਦਾ ਸਮਾਂ ਸੀ ਤੇ ਕਲਯੁਗ ਦੇ ਵਿੱਚ ਨਾਮ ਕੇਵਲ ਨਾਮ ਆਧਾਰ, ਨਾਮ ਦਾ ਹੀ ਆਸਰਾ, ਪਰ ਨਾਮ ਕੋਈ ਜਪਦਾ ਨਹੀਂ। ਜਿਸ ਕਰਕੇ ਜਿੰਨੇ ਜੀਵ ਸੀ ਸ਼ਕਤੀ ਤੋਂ ਹੀਣੇ ਸਨ, ਸਭ ਪਾਪੀ ਪਾਮਰ ਬਣ ਗਏ ਸਨ। ਇਸ ਪ੍ਰਕਾਰ ਮੁਕਤੀ ਕਹ ਲਹੇ। ਇਸ ਪ੍ਰਕਾਰ ਫਿਰ ਮੁਕਤੀ ਦੱਸੋ ਕਿੰਨੇ ਪ੍ਰਾਪਤ ਕਰਨੀ ਸੀ? ਕਿਸੇ ਨੂੰ ਮੁਕਤੀ ਨਹੀਂ ਸੀ ਮਿਲਦੀ। ਸਭ ਜੀਵ ਪਾਪਾਂ ਦੇ ਵਿੱਚ ਹੀ ਗੁਲਤਾਨ ਹੋਏ ਸਨ। ਕਰਤਾ ਪੁਰਖ ਵਿਚਾਰਨ ਕੀਨ। ਉਹ ਸਮੇਂ ਫਿਰ ਅਕਾਲ ਪੁਰਖ ਪਰਮੇਸ਼ਰ ਨੇ ਵਿਚਾਰ ਕਰਨੀ ਕੀਤੀ। ਜਾਣੇ ਕਲ ਮਹਿ ਜੀਵ ਜੇ ਦੀਨ। ਤੇ ਪਰਮੇਸ਼ਰ ਅਕਾਲ ਪੁਰਖ ਨੇ ਜਾਣਿਆ ਵੀ ਕਲਯੁਗ ਦੇ ਵਿੱਚ ਜੀਵ ਜਿਹੜੇ ਬਹੁਤ ਦੁਖੀ ਹੋ ਰਹੇ ਹਨ। ਸਤ ਨਾਮ ਸਿਮਰਹਿ ਸੁਖ ਹੋਏ। ਤੇ ਇਹ ਸਤਨਾਮ ਵਾਹਿਗੁਰੂ ਭਾਵ ਸਾਡਾ ਨਾਮ ਸਿਮਰਨਗੇ ਪਰਮੇਸ਼ਰ ਕਹਿੰਦੇ ਫੇਰ ਹੀ ਇਹ ਜੀਵਾਂ ਦੀ ਕਲਿਆਣ ਹੋਏਗੀ, ਫੇਰ ਹੀ ਇਹਨਾਂ ਨੂੰ ਸਾਰੇ ਸੁੱਖ ਮਿਲ ਸਕਦੇ ਆ। ਇਸ ਬਿਨ ਆਨ ਉਪਾਇ ਨ ਕੋਏ। ਤੇ ਨਾਮ ਇਹਨਾਂ ਨੂੰ ਨਾਮ ਤੋਂ ਬਿਨਾਂ ਤਾਂ ਇਹਨਾਂ ਦਾ ਹੋਰ ਕੋਈ ਇਲਾਜ ਨਹੀਂ। ਇਹ ਦੁਖੀ ਹੋਣਗੇ ਕਿਉਂਕਿ ਕਲਯੁਗ ਵਿੱਚ ਕੇਵਲ ਨਾਮ ਜਪਣ ਵਾਲਾ ਹੀ ਸੌਖਾ ਹੈ। ਤੋ ਨਾਮ ਜੇ ਨਾ ਜਪਣਗੇ ਦੁਖੀ ਹੈ ਜੀਵ। ਪਰਮੇਸ਼ਰ ਨੇ ਵਿਚਾਰਿਆ ਵੀ ਇਹਨਾਂ ਨੂੰ ਨਾਮ ਜਪਾਉਣਾ ਜ਼ਰੂਰੀ ਹੈ। ਆਪ ਜਾਏ ਕਰ ਸੁਮਤ ਬਤਾਵਾ। ਤੇ ਹੋਰ ਕੌਣ ਜਾਵੇ? ਜਿਹੜੇ ਅੱਗੇ ਭੇਜੇ ਆ ਉਹ ਜਿੰਨੇ ਵੀ ਕ੍ਰਿਸ਼ਨ ਬਿਸ਼ਨ ਹੋਏ ਸਭ ਆਪੋ ਆਪਣੇ ਪੰਥ ਚਲਾ ਕੇ ਆਪਦੇ ਹੀ ਚਰਨਾਂ ਨਾਲ ਜੋੜਿਆ, ਆਪਦਾ ਹੀ ਧਿਆਨ ਧਰਨ ਨੂੰ ਆਖਿਆ। ਤੋ ਇਸ ਕਰਕੇ ਪਰਮੇਸ਼ਰ ਨੇ ਵਿਚਾਰ ਕੀਤੀ ਕਿ ਅਸੀਂ ਖੁਦ ਹੀ ਜਿਹੜਾ ਵਾ ਉਹ ਸੰਸਾਰ ਤੇ ਆਪ ਜਾਵਾਂਗੇ। ਪਰੇ ਘੁਮਗ ਤੇ ਸਮਗ ਚਲਾਵਾ। ਤੇ ਜਿਹੜੇ ਭੈੜੇ ਮਾਰਗ ਤੇ ਲੋਕ ਪਾਪ ਕਰਨ ਲੱਗੇ ਸਾਰਿਆਂ ਨੂੰ ਭੈੜੀ ਮਤ ਕੁਮਤ ਤੋਂ ਹਟਾ ਕੇ ਸ਼੍ਰੇਸ਼ਟ ਮਤ ਵਿੱਚ ਲਾਈਏ। ਮੋਹ ਬਿਨ ਸਰੈ ਕਾਰ ਇਹੋ ਨਾਹੀ। ਕਿਉਂਕਿ ਸਾਡੇ ਆਪਦੇ ਜਾਏ ਤੋਂ ਬਿਨਾਂ ਇਸ ਸੰਸਾਰ ਵਿੱਚ ਨਾਮ ਜਪਾਉਣ ਵਾਲਾ ਕਾਰਜ ਪੂਰਾ ਨਹੀਂ ਹੋ ਸਕਦਾ। ਜਾਂ ਤੇ ਨਰ ਤਨ ਧਰ ਜਗ ਮਾਹੀ। ਇਸ ਕਰਕੇ ਖਾਲਸਾ ਜੀ ਪਰਮੇਸ਼ਰ ਫਿਰ ਭਾਈ ਸਾਹਿਬ ਰਾਮ ਕੌਰ ਜੀ ਕਹਿੰਦੇ ਸਿੱਖੋ ਸੁਣੋ ਫਿਰ ਪਰਮੇਸ਼ਰ ਨੇ ਕੀ ਕੀਤਾ। ਮਨੁੱਖਾ ਸਰੀਰ ਧਾਰ ਕਰਕੇ ਧਰਤੀ ਉੱਪਰ ਘਰ ਕਾਲੂ ਕੇ ਜਨਮੇ ਆਈ। ਤੇ ਤਲਵੰਡੀ ਰਾਏ ਭੋਜ ਦੀ ਤਲਵੰਡੀ ਵਿੱਚ ਧੰਨ ਬਾਬਾ ਕਲਿਆਣ ਚੰਦ ਜੀਆਂ ਦੇ ਘਰ ਨੂੰ ਭਾਗ ਲਾਏ। ਤਿੰਨਾਂ ਦੇ ਘਰ ਜਨਮ ਲਿਆ, ਅਵਤਾਰ ਧਾਰਿਆ। ਜਨਨੀ ਤ੍ਰਿਪਤਾ ਪੇਖ ਹਰਖਾਈ। ਤੇ ਮਾਤਾ ਜਗਤ ਮਾਤਾ ਮਾਤਾ ਤ੍ਰਿਪਤਾ ਦੇਵੀ ਜੀ ਦੇ ਕੁੱਖੋਂ ਪਰਮੇਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਵਤਾਰ ਧਾਰਿਆ। ਮਾਤਾ ਤ੍ਰਿਪਤਾ ਦੇਵੀ ਜੀ ਚੰਦ ਵਰਗੇ ਪੁੱਤਰ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ। ਅਲਪ ਵੈਸ ਮਹਿ ਸੁੰਦਰ ਵੇਸ। ਜਿਨ੍ਹਾਂ ਦਾ ਥੋੜੀ ਉਮਰ ਵਿੱਚ ਹੀ ਬੜਾ ਸ਼੍ਰੇਸ਼ਟ ਸੁੰਦਰ ਵੇਸ ਸੀ, ਸੋਹਣਾ ਰੂਪ ਸੀ। ਜਹ ਕਹਿ ਦੇਤ ਭਏ ਉਪਦੇਸ਼। ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਕੀਤੀਆਂ ਸਤਿਗੁਰਾਂ ਨੇ। ਜਾ ਜਾ ਕੇ ਖਾਲਸਾ ਜੀ ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਸਤਿਗੁਰਾਂ ਨੇ ਖਾਲਸਾ ਜੀ ਬੇਅੰਤ ਥਾਵਾਂ ਤੇ ਜਾ ਜਾ ਕੇ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਨਾਮ ਦਾ ਬੀਜ ਦਾ ਛੱਟਾ ਦਿੱਤਾ। ਨਾਮ ਜਪਣ ਵਿੱਚ ਜੀਵਾਂ ਨੂੰ ਲਾਉਣਾ ਕੀਤਾ। ਸਤ ਨਾਮ ਕੋ ਸਿਮਰਨ ਕਰਨੋ। ਤੇ ਵਾਹਿਗੁਰੂ 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 ਨਾਮ ਜਪਣ ਦਾ ਸਿਮਰਨ ਕਰਨ ਦਾ ਇਹ ਸਭ ਸੰਗਤਾਂ ਨੂੰ ਸਭ ਲਕਾਈ ਜੀਵਾਂ ਨੂੰ ਉਪਦੇਸ਼ ਦੇਣਾ ਕੀਤਾ। ਸਨੈ ਸਨੈ ਤਨ ਅਹੰ ਬਿਸਰਨੋ। ਤੇ ਕੀ ਕੀਤਾ? ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਭਾਈ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਸਹਿਜੇ ਸਹਿਜੇ ਅਹੰ ਬਿਸਰਨੋ। ਤੁਹਾਡੇ ਹਿਰਦੇ ਚੋਂ ਜਿਹੜੀ ਮੇਰ ਭਾਵ ਹੈ, ਹੰਗਤਾ ਹੰਕਾਰ, ਇਹ ਸਾਰਾ ਨਾਸ਼ ਹੋ ਜਾਵੇਗਾ। ਭਾਣਾ ਪਰਮੇਸ਼ਰ ਕਹ ਕੈਸੇ। ਤੇ ਜਿਵੇਂ ਕਹੋ ਜੈਸੇ, ਜਿਵੇਂ ਵੀ ਪਰਮੇਸ਼ਰ ਕਰਦਾ ਹੈ ਪਰਮੇਸ਼ਰ ਦਾ ਭਾਣਾ ਉਸੇ ਤਰ੍ਹਾਂ ਹੀ ਭਾਈ ਮੰਨਣਾ ਕਰਨਾ। ਭਾਵ ਕਿ ਜਿਹੜਾ ਵੈ ਕਿ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਮਹਾਰਾਜ ਕਹਿੰਦੇ ਭਾਈ ਜਿਵੇਂ ਲਿਖਿਆ ਹੁਕਮ ਵਿੱਚ ਚੱਲੋ, ਇਸੇ ਵਿੱਚ ਹੀ ਸਾਰੇ ਸੁਖ ਹਨ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਜੀਵਾਂ ਨੂੰ ਹੁਕਮ ਵਿੱਚ ਰਹਿਣ ਦੀ ਸਿੱਖਿਆ ਦੇਣੀ ਕੀਤੀ। ਹੋਏ ਪ੍ਰਸੰਨ ਅਨੁਸਾਰੀ ਤੈਸੇ। ਤੇ ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ
ਉਹ ਬੜੇ ਜੀਵ ਜਿਹੜੇ ਜਿਨ੍ਹਾਂ ਦੇ ਅਨਸਾਰੀ ਹੋਏ ਤੇ ਬੜੀ ਪ੍ਰਸੰਨਤਾ ਪ੍ਰਾਪਤ ਹੋਈ, ਬੜੇ ਸੁਖ ਮਿਲੇ ਜੀਵਾਂ ਤਾਈਂ। ਇਸ ਪ੍ਰਕਾਰ ਕੋ ਦੇ ਉਪਦੇਸ਼ ਇਹੋ ਜਿਹਾ ਸ਼੍ਰੇਸ਼ਟ ਨਾਮ ਬਾਣੀ ਜਪਣ ਦਾ, ਕਿਰਤ ਕਰਨ ਦਾ, ਸੇਵਾ ਕਰਨ ਦਾ ਉਪਦੇਸ਼ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਣਾ ਕੀਤਾ। ਅਨੇਕ ਨਰਨ ਕੇ ਕੱਟੇ ਕਲੇਸ਼ ਤੇ ਨਾਮ ਬਾਣੀ ਸੇਵਾ ਦਾ ਉਪਦੇਸ਼ ਦੇ ਕੇ ਅਨੇਕਾਂ ਜੀਵਾਂ ਦੇ ਕਲੇਸ਼ ਖਾਲਸਾ ਜੀ ਜਿਹੜੇ ਅਸਮਤਾ, ਇਸ ਪ੍ਰਕਾਰ ਅਭਿਨਵੇਸ਼ ਤੇ ਅਗਿਆਨ ਇਤਿਆਦਿਕ ਜਿਹੜੇ 5 ਕਲੇਸ਼ ਮੰਨੇ ਗਏ ਆ, ਕਲੇਸ਼ਾਂ ਦਾ ਨਾਸ਼ ਕਰ ਦਿੱਤਾ ਸਤਿਗੁਰਾਂ ਨੇ। ਮੂਲੇ ਕੀ ਤਨਜਾ ਵੱਡ ਭਾਗਨ ਇਧਰ ਮੂਲ ਚੰਦ ਦੀ ਪੁੱਤਰੀ ਕਹਿੰਦੇ ਬੜੇ ਵੱਡੇ ਭਾਗਾਂ ਵਾਲੀ ਹੋਈ, ਜਿਨ੍ਹਾਂ ਦਾ ਨਾਮ ਮਾਤਾ ਸੁਲੱਖਣੀ ਜੀ। ਸ੍ਰੀ ਗੁਰ ਮਹਿਲਾ ਮਹਾ ਸੁਹਾਗਨ ਇਹ ਪੱਖੋ ਕੇ ਰੰਧਾਵੇ ਵਾਲੇ ਜਿਹੜੇ ਮੂਲ ਚੰਦ, ਇਹਨਾਂ ਦੀ ਪੁੱਤਰੀ ਸੁਲੱਖਣੀ, ਜਿਹੜੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਕਹਾਏ, ਜਿਨ੍ਹਾਂ ਦਾ ਵਿਵਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਹੋਇਆ। ਕਹਿੰਦੇ ਇਹ ਮਾਤਾ ਸੁਲੱਖਣੀ ਜੀਆਂ ਦੇ ਵੀ ਭਾਈ ਭਾਗ ਖੁੱਲ ਗਏ, ਵੱਡੇ ਭਾਗ ਸਨ। ਤਿਸ ਤੇ ਪੁੱਤਰ ਭਏ ਜੁਗ ਧੀਰ ਤੇ ਜਿਹੜਾ ਵਾ ਭਾਈ ਸਾਹਿਬ ਜੀ ਕਹਿੰਦੇ ਤਿੰਨਾਂ ਤੋਂ ਧੀਰ ਜਵਾਨ 2 ਪੁੱਤਰ ਜਿਹੜੇ ਪੈਦਾ ਹੋਏ। ਬ੍ਰਹਮ ਗਿਆਨ ਮਹਿ ਅਚਲ ਗੰਭੀਰ ਗੁਰੂ ਨਾਨਕ ਪਾਤਸ਼ਾਹ ਦੀ ਸੰਤਾਨ ਦੋਵੇਂ ਸਾਹਿਬਜ਼ਾਦੇ ਜਿਹੜੇ ਵਾ ਅਚਲ ਸਨ, ਗੰਭੀਰ ਡੂੰਗੀ ਬਿਰਤੀ ਵਾਲੇ ਤੇ ਬ੍ਰਹਮ ਗਿਆਨੀ ਹੋਏ। ਜੇਠੋ ਭਾ ਸ਼੍ਰੀ ਚੰਦ ਉਦਾਰਾ ਵੱਡਾ ਸਾਹਿਬਜ਼ਾਦਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ, ਜਿਨ੍ਹਾਂ ਦਾ ਨਾਮ ਧੰਨ ਬਾਬਾ ਸ਼੍ਰੀ ਚੰਦ ਬੜਾ ਸਾਖੀ ਚਿੱਤ। ਨਹਿ ਗ੍ਰਸਤ ਮਗ ਅੰਗੀਕਾਰਾ ਜਿਨ੍ਹਾਂ ਗ੍ਰਸਤ ਮਾਰਗ ਅੰਗੀਕਾਰ ਨਹੀਂ ਕੀਤਾ, ਭਾਵ ਕਿ ਸਦਾ ਜਿਹੜੇ ਵਾ ਜਤੀ ਸਤੀ ਰਹੇ ਸਨ। ਰਹਿ ਬ੍ਰਿਤੀ ਨਿਤ ਜੋਗ ਅਰੂੜਾ ਜਿਨ੍ਹਾਂ ਦੀ ਬਿਰਤੀ ਸਦਾ ਪਰਮੇਸ਼ਰ ਦੇ ਜੋਗ ਜੁੜਨ ਨੂੰ ਕਹਿੰਦੇ ਆ, ਪਰਮੇਸ਼ਰ ਦੇ ਵਿੱਚ ਸੁਰਤੀ ਜੋਗ ਜੁੜੀ ਹੋਈ ਤੇ ਅਰੂੜਾ ਸਥਿਤ ਰਹਿੰਦੀ ਸੀ। ਇੱਕ ਰਸ ਮੈਂ ਆਸੈ ਜਿਸ ਗੂੜਾ ਤੇ ਜਿਨ੍ਹਾਂ ਦਾ ਜਿਹੜਾ ਸੀਗਾ ਨਾ ਉਹ ਮਤਾ ਸਿਧਾਂਤ, ਉਹ ਇੱਕ ਰਸ ਵਿੱਚ ਸਦਾ ਇੱਕ ਬਿਰਤੀ ਵਿੱਚ ਰਹਿੰਦੇ ਸੀ, ਪਰਮੇਸ਼ਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਸੁਰਤੀ ਟਿਕਾ ਕੇ ਲੀਨ ਰਹਿੰਦੇ ਸਨ। ਜਿਨ ਕੇ ਛੋਇਓ ਵਿਕਾਰ ਨਾ ਕੋਏ ਜਿਨ੍ਹਾਂ ਨੂੰ ਕੋਈ ਵਿਕਾਰ ਨਹੀਂ ਛੋਂਦਾ ਪਹੁੰਦਾ ਸੀ। ਜਤੀ ਪੁਰਸ਼ ਭੀ ਸਮ ਹੋਏ ਭੀਖਮ ਦੇ ਬਰਾਬਰ ਬੜੇ ਭਾਰੀ ਜਤੀ ਪੁਰਸ਼ ਹੋਏ ਸੰਸਾਰ ਵਿੱਚ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਲਖਮੀ ਦਾਸ ਅਨਜ ਤਿਨ ਭਇਓ ਤੇ ਉਹਨਾਂ ਦੇ ਭਰਾਤਾ ਭਾਵ ਕਿ ਗੁਰੂ ਨਾਨਕ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਚੰਦ ਜੀ ਹੋਏ ਹਨ। ਮਗ ਗ੍ਰਸਤ ਜਿਨ ਧਾਰਨ ਕਯੋ ਜਿਨ੍ਹਾਂ ਨੇ ਵਿਵਾਹ ਕਰਵਾਇਆ ਤੇ ਗ੍ਰਸਤੀ ਮਾਰਗ ਧਾਰਨ ਕੀਤਾ। ਗਿਆਨ ਵਿਖੈ ਜਗ ਭਰਾਤ ਸਮਾਨ ਪਰ ਗਿਆਨ ਵਿੱਚ ਆਪਦੇ ਭਰਾ ਬਾਬਾ ਸ਼੍ਰੀ ਚੰਦ ਵਰਗੇ ਹੀ ਸਨ। ਇਹ ਵੀ ਬ੍ਰਹਮ ਗਿਆਨੀ ਹੋਏ ਚਾਹੇ ਗ੍ਰਸਤੀ ਸਨ। ਬ੍ਰਹਮ ਗਿਆਨ ਦੇ ਵਿੱਚ ਬਾਬਾ ਸ਼੍ਰੀ ਚੰਦ ਵਰਗੀ ਬੜੀ ਮੁਹਾਰਤ ਹਾਸਲ ਸੀ। ਸ਼੍ਰੀ ਨਾਨਕ ਕੇ ਪੁੱਤਰ ਸੁਜਾਨ ਇਹੋ ਜਿਹੇ ਸੁਗੜ ਸੁਜਾਨ ਸਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੋਨੇ ਸਾਹਿਬਜ਼ਾਦੇ। ਧਰਮ ਚੰਦ ਪੋਤਰਾ ਪੁਨ ਭਇਓ ਤੇ ਬਾਬਾ ਲਖਮੀ ਚੰਦ ਜੀਆਂ ਦੇ ਘਰੇ ਫਿਰ ਸਾਹਿਬ ਚੰਦ ਨਾਮ ਦਾ ਜਿਹੜਾ ਵਾ ਇਸੇ ਪ੍ਰਕਾਰ ਧਰਮ ਚੰਦ ਨਾਮ ਦਾ ਜਿਹੜਾ ਪੋਤਰਾ ਭਾਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੋਤਰੇ ਸਨ ਲਖਮੀ ਦਾਸ ਜਾਂ ਲਖਮੀ ਚੰਦ ਜੀਆਂ ਦੇ ਸੁਪੁੱਤਰ ਧੰਨ ਬਾਬਾ ਧਰਮ ਚੰਦ ਜੀ ਗੁਰੂ ਨਾਨਕ ਮਹਾਰਾਜ ਦੇ ਪੋਤਰੇ ਹੋਏ ਆ। ਜਿਸ ਤੇ ਵੰਸ਼ ਬੇਦੀਨ ਥਇਓ ਤੇ ਜਿਨ੍ਹਾਂ ਦੀ ਵੰਸ਼ ਜਿਨ੍ਹਾਂ ਤੋਂ ਬੇਦੀਆਂ ਦੀ ਵੰਸ਼ ਚੱਲੀ, ਜਿਨ੍ਹਾਂ ਤੋਂ ਵੇਦੀ ਵੰਸ਼ ਅੱਗੇ ਤੁਰੀ ਹੈ। ਇੱਕ ਦਿਨ ਕਰ ਅਖੀਰ ਕਹ ਆਏ ਇਹ ਖਾਲਸਾ ਜੀ ਜਦੇ ਫਿਰ ਇੱਕ ਦਿਨ ਕਰ ਅਖੀਰ ਕਹੋ ਆਏ। ਇਹ ਬਾਬਾ ਲਖਮੀ ਚੰਦ ਜੀ ਸਾਧ ਸੰਗੀ ਸ਼ਿਕਾਰ ਖੇਡਣ ਜਾਇਆ ਕਰਨ। ਇੱਕ ਦਿਨ ਜਦ ਲਖਮੀ ਚੰਦ ਜੀ ਸ਼ਿਕਾਰ ਖੇਡ ਕੇ ਵਾਪਸ ਆਏ ਹਨ, ਸਾਸੋ ਹੱਥ ਆਸ ਦਹ ਦਿਸ ਲਰਕਾਏ ਆ 2 ਸਾਹੇ ਸਿੱਜੜ ਜੇ ਮਾਰ ਕੇ ਘੋੜੇ ਦੇ 2 ਪਾਸੇ ਲਖਮੀ ਚੰਦ ਜੀਆਂ ਲਮਕਾਏ ਹੋਏ ਆ। ਸ਼੍ਰੀ ਚੰਦ ਨੇ ਅਨਜ ਨਿਹਾਰਾ ਤੇ ਜਦੋਂ ਧੰਨ ਬਾਬਾ ਸ਼੍ਰੀ ਚੰਦ ਜੀ ਆਪਣੇ ਭਰਾ ਨੂੰ ਇਹ ਸ਼ਿਕਾਰ ਖੇਡਦੇ ਉਹ ਸਹੇ ਜੇ ਮਾਰੇ 2 ਲਮਕਾਏ ਹੋਏ ਘੋੜੇ ਤੇ ਡਿੱਠੇ ਵੇਖੇ ਆ। ਕਿਰਪਾ ਜੁਗਤ ਹੋਏ ਬਾਕ ਉਚਾਰਾ ਤੇ ਕਿਰਪਾ ਸਹਿਤ ਹੋ ਕਰਕੇ ਲਖਮੀ ਚੰਦ ਛੋਟੇ ਭਰਾ ਨੂੰ ਬਾਬਾ ਸ਼੍ਰੀ ਚੰਦ ਜੀਆਂ ਇਹ ਬਚਨ ਕੀਤਾ। ਦਿਨ ਪ੍ਰਤ ਅਨੇਕ ਜੀਵ ਕਹ ਕਾਵੈ ਕਿ ਹੇ ਲਖਮੀ ਚੰਦ ਭਰਾਤਾ ਤੁਸੀਂ ਦਿਨ ਪ੍ਰਤ ਦਿਨ ਰੋਜ਼ ਜੀਵਾਂ ਨੂੰ ਮਾਰਦੇ ਹੋ। ਇਹੋ ਲੇਖਾ ਦੇਨੋ ਬਨ ਆਵੈ ਤੇ ਇਹ ਲੇਖਾ ਤੁਹਾਨੂੰ ਪਰਮੇਸ਼ਰ ਨੂੰ ਦੇਣਾ ਆਵੇਗਾ। ਉਹ ਦੇਣ ਦੀ ਬਣ ਰੀਤ ਆਵੇਗੀ, ਭਾਵ ਕਿ ਲੇਖਾ ਤੁਹਾਨੂੰ ਵੀ ਦੇਣਾ ਪਵੇਗਾ ਚਾਹੇ ਪਰਮੇਸ਼ਰ ਗੁਰੂ ਨਾਨਕ ਮਹਾਰਾਜ ਦੇ ਸੁਪੁੱਤਰ ਹੋ। ਇਹ ਲੇਖਾ ਤੁਹਾਨੂੰ ਵੀ ਦੇਣਾ ਬਣੇਗਾ। ਕਹਿਓ ਭਰਾਤ ਕੋ ਨਹੀਂ ਸਹਾਰਾ ਤੇ ਬਾਬਾ ਲਖਮੀ ਚੰਦ ਜੀਆਂ ਖਾਲਸਾ ਜੀ ਬਾਬਾ ਸ਼੍ਰੀ ਚੰਦ ਜੀਆਂ ਦੇ ਬੋਲ ਨਾ ਸਹਾਰੇ ਜਦ ਐਸੇ ਬਚਨ ਕਹੇ
ਤੁਇਓ ਆਪਣੇ ਭਰਾਤਾ ਦੇ ਬਚਨ ਨਾ ਸਹਾਰਦੇ ਹੋਏ ਲਖਮੀ ਚੰਦ ਗਇਓ ਸਦਨ ਮੈਂ ਕੀਨ ਸਤਿਆਰਾ ਤੇ ਆਪਣੇ ਘਰ ਵਿੱਚ ਗਏ ਤੇ ਘਰ ਵਿੱਚ ਜਾ ਤਿਆਰਾ ਕੀਤਾ। ਆਪਨ ਭਾਰ ਜਾ ਲੈ ਸਤ ਸੰਗ ਆਪਣੀ ਸੁਪਤਨੀ ਨੂੰ ਵੀ ਨਾਲ ਲੈ ਲਿਆ, ਤਿਆਰੀ ਕਰ ਲਈ, ਨਾਲ ਹੀ ਪੁੱਤਰ ਧਰਮਚੰਦ ਨੂੰ ਲੈ ਲਿਆ ਧਾਰ ਸੀਘਰਤਾ ਚੜਿਓ ਤੁਰੰਗ ਤੇ ਬੜੀ ਜਲਦੀ ਨਾਲ ਆਪਣਾ ਪੁੱਤਰ ਧਰਮਚੰਦ ਪਤਨੀ ਨੂੰ ਲੈ ਕੇ ਬਾਬਾ ਲਖਮੀ ਚੰਦ ਜੀ ਜਾ ਘੋੜੇ ਉੱਪਰ ਚੜੇ ਆ। ਆਏ ਭਰਾਤ ਸੋ ਭਨਿਓ ਜਨਾਏ ਤੇ ਆਉਂਦੇ ਹੋਏ ਜਾਂ ਜਾਂਦੇ ਹੋਏ ਇਹ ਆਪਣੇ ਭਰਾਤਾ ਧੰਨ ਬਾਬਾ ਸ਼੍ਰੀ ਚੰਦ ਜੀਆਂ ਨੂੰ ਲਖਮੀ ਚੰਦ ਜੀਆਂ ਨੇ ਦੱਸਿਆ, ਬੋਲੇ ਆ ਲੇਖਾ ਦੇਨ ਅਬ ਹੈ ਹਮ ਜਾਏ ਕਿ ਬਾਬਾ ਸ਼੍ਰੀ ਚੰਦ ਜੀ ਤੁਸੀਂ ਕਹਿੰਦੇ ਹੋ ਲੇਖਾ ਦੇਣਾ ਪਵੇਗਾ, ਅਸੀਂ ਲਓ ਹੁਣੇ ਹੀ ਧਰਮ ਰਾਜੇ ਕੋਲ ਲੇਖਾ ਦੇਣ ਵਾਸਤੇ ਜਾ ਰਹੇ ਹਾਂ। ਸੁਨਤ ਸ਼੍ਰੀ ਚੰਦ ਹਿਰਦੈ ਵਿਚਾਰਾ ਭਾਵ ਕਿ ਅਸੀਂ ਸਿੱਧਾ ਹੀ ਸੱਚਖੰਡ ਚਾਲਾ ਮਾਰਾਂਗੇ, ਕਿਹੜੇ ਧਰਮ ਰਾਜ ਦੀ ਗੱਲ ਕਰਦੇ, ਅਸੀਂ ਹੁਣੇ ਹੀ ਲੇਖਾ ਦੇਵਾਂਗੇ, ਤੁਸੀਂ ਬਚਨ ਕਹੇ ਵੈ। ਤੋ ਇਸ ਪ੍ਰਕਾਰ ਫਿਰ ਜਦੇ ਧੰਨ ਬਾਬਾ ਸ਼੍ਰੀ ਚੰਦ ਜੀਆਂ ਇਹ ਵਿਚਾਰ ਕੀਤੀ ਹੈ, ਭਾਵ ਕਿ ਵੇਖਿਆ ਵੀ ਸਾਡੇ ਭਰਾ ਤਾਂ ਆਪਣੀ ਪਤਨੀ ਸਮੇਤ ਪੁੱਤਰ ਧਰਮਚੰਦ ਦੇ ਜਾ ਰਹੇ ਆ ਸੱਚਖੰਡ ਨੂੰ। ਧਰਮ ਚੰਦ ਕੋ ਪਕੜ ਉਤਾਰਾ ਤੇ ਬਾਬਾ ਸ਼੍ਰੀ ਚੰਦ ਜੀਆਂ ਖਾਲਸਾ ਜੀ ਫਿਰ ਬਾਬਾ ਧਰਮਚੰਦ ਗੁਰੂ ਨਾਨਕ ਮਹਾਰਾਜ ਦੇ ਪੋਤਰੇ ਨੂੰ ਰੱਖ ਲਿਆ ਸੀਗਾ। ਉਹ ਜਦੋਂ ਇਹ ਬਾਬਾ ਲਖਮੀ ਚੰਦ ਜੀ ਚਾਲਾ ਮਾਰਨ ਲੱਗੇ ਆ ਸੱਚਖੰਡ ਤੋ ਸਾਧ ਸੰਗਤ ਜੀ ਇਹ ਇੱਕ ਯੋਜਨ ਫਿਰ ਅੱਗੇ ਗਏ ਚਲੇ ਸੀ ਉੱਪਰ ਨੂੰ, ਤੇ ਬਾਬਾ ਸ਼੍ਰੀ ਚੰਦ ਜੀਆਂ ਖਾਲਸਾ ਜੀ ਇੱਕ ਯੋਜਨ 4 ਕੋਹ ਦਾ ਹੁੰਦਾ, 4 ਕੋਹ ਆਪਣਾ ਜਿਹੜਾ ਵਾ ਉਹ ਸੱਜਾ ਹੱਥ ਵਧਾ ਕਰਕੇ 4 ਕੋਹ ਲੰਮੀ ਬਾਹ ਕਰਕੇ ਖਾਲਸਾ ਜੀ ਧਰਮਚੰਦ ਨੂੰ ਘੋੜੇ ਤੋਂ ਉਤਾਰ ਲਿਆ ਸੀ ਵੀ ਬੇਦੀਆਂ ਦੀ ਜਿਹੜੀ ਵੰਸ਼ ਹੈ ਉਹ ਅੱਗੇ ਜਿਹੜੀ ਵੱਧਦੀ ਰਵੇ। ਇਕਲੌਤਾ ਪੁੱਤਰ ਸੀਗਾ ਇਹ ਬਾਬਾ ਲਖਮੀ ਚੰਦ ਜੀਆਂ ਦੇ ਘਰ ਬਾਬਾ ਧਰਮਚੰਦ ਜੀ ਗੁਰੂ ਨਾਨਕ ਮਹਾਰਾਜ ਦੇ ਪੋਤਰੇ ਸਨ। ਤੋ ਇਸੇ ਪ੍ਰਕਾਰ ਫਿਰ ਉਹ ਧੰਨ ਬਾਬਾ ਸ਼੍ਰੀ ਚੰਦ ਜੀਆਂ ਇੱਕ ਯੋਜਨ ਭਾਵ 4 ਕੋਹ ਬਾਹ ਲੰਮੀ ਕਰੋ ਬਾਬਾ ਧਰਮਚੰਦ ਜੀਆਂ ਨੂੰ ਰੱਖ ਲੈਣਾ ਕੀਤਾ ਪਾਸ। ਹਮ ਤੋ ਨਹਿ ਗ੍ਰਸਤ ਕੋ ਕਰਹੀ ਤੇ ਇਸੇ ਪ੍ਰਕਾਰ ਜਿਹੜਾ ਵੈ ਕਿਉਂਕਿ ਆਪ ਜਿਹੜੇ ਉਹ ਨਿਰਲੇਪ ਸੀਗੇ, ਆਪ ਗ੍ਰਸਤੀ ਨਹੀਂ ਜਤੀ ਸਨ, ਇਹ ਇੱਛਾ ਕੀਤੀ ਭਾਈ ਅਸੀਂ ਤਾਂ ਜਿਹੜੇ ਹਮ ਤੋਂ ਨਹਿ ਅਸੀਂ ਨਹੀਂ ਹਾਂ, ਅਸੀਂ ਜਤੀ ਹਾਂ, ਗ੍ਰਸਤੀ ਪਰਿਵਾਰ ਨਹੀਂ ਸਾਡਾ। ਰਹਿ ਬਾਂਸ ਇਸ ਤੇ ਜਗ ਥਿਰਹੀ ਤੇ ਆ ਧਰਮਚੰਦ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਵੇਦੀ ਵੰਸ਼ ਸੰਸਾਰ ਵਿੱਚ ਰਹੇਗੀ। ਸਹਿਤ ਭਾਰ ਜਾ ਗਇਓ ਨਾ ਆਇਓ ਸਾਡੇ ਭਰਾ ਤਾਂ ਫਿਰ ਤਾਂ ਸਹਿਤ ਆਪਣੀ ਪਤਨੀ ਦੇ ਉਹ ਗਏ ਆ ਸੱਚਖੰਡ ਨੂੰ, ਫਿਰ ਵਾਪਸ ਨਹੀਂ ਆਏ ਬਾਬਾ ਲਖਮੀ ਚੰਦ ਜੀ। ਅਵਲੋਕਤ ਨਰ ਗਨ ਬਿਸਮਾਇਓ ਉਥੋਂ ਦੇ ਲੋਕ ਖਾਲਸਾ ਜੀ ਵੇਖ ਵੇਖ ਕੇ ਸਭ ਟਾਲਾ ਸਾਹਿਬ ਦਾ ਸਥਾਨ ਹੈ, ਸਭ ਵੇਖ ਵੇਖ ਕੇ ਲੋਕ ਹੈਰਾਨ ਹੁੰਦੇ ਆ। ਬਾਬਾ ਲਖਮੀ ਚੰਦ ਜੀ ਸਮੇਤ ਪਰਿਵਾਰ ਗਏ, ਵਾਪਸ ਨਹੀਂ ਮੁੜੇ ਸਮੇਤ ਘੋੜੇ ਦੇ। ਧਰਮ ਚੰਦ ਤੇ ਚਾਲਿਓ ਬੰਸ ਇਥੋਂ ਫਿਰ ਬਾਬਾ ਰਾਮਕੌਰ ਜੀ ਕਹਿੰਦੇ ਸਿੱਖੋ ਧੰਨ ਬਾਬਾ ਧਰਮਚੰਦ ਜੀਆਂ, ਧੰਨ ਭਾਈ ਧਰਮਚੰਦ ਜੀਆਂ ਤੋਂ ਫਿਰ ਗੁਰੂ ਨਾਨਕ ਮਹਾਰਾਜ ਜੀਆਂ ਦੀ ਬੇਦੀ ਵੰਸ਼ ਅੱਗੇ ਚੱਲੀ ਹੈ। ਸਭ ਤੇ ਬੇਦੀ ਸਭ ਬੇਦੀ ਉਜਲ ਜਮ ਹੰਸ ਸਾਰੇ ਬੇਦੀ ਸੰਸਾਰ ਵਿੱਚ ਉਜਲਿਆ ਪਵਿੱਤਰ, ਜਿਵੇਂ ਹੰਸ ਉਜਲ ਹੁੰਦਾ ਪਵਿੱਤਰ। ਸ਼੍ਰੀ ਚੰਦ ਬੈ ਭਈ ਵਿਸਾਲਾ ਤੇ ਧੰਨ ਬਾਬਾ ਸ਼੍ਰੀ ਚੰਦ ਜੀਆਂ ਦੀ ਭਾਈ ਸਾਹਿਬ ਜੀ ਕਹਿੰਦੇ ਬੜੀ ਵੱਡੀ ਉਮਰ ਹੋਈ, ਕੋਈ 132 ਵਰਿਆਂ ਤੋਂ ਉੱਪਰ ਉਮਰ ਦੱਸਦੇ ਸੀ ਭੋਗੀ ਹੈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀਆਂ ਨੇ, ਐਡੀ ਵੱਡੀ ਉਮਰ ਦੇ ਹੋਏ ਹਨ। ਜਗ ਮਹਿ ਦੇਹ ਧਰੀ ਚਿਰਕਾਲਾ ਬੜਾ ਲੰਮਾ ਸਮਾਂ ਹੀ ਚਿਰਕਾਲ ਹੀ ਲੰਮਾ ਸਮਾਂ ਹੀ ਸਰੀਰ ਕਰਕੇ ਰਹੇ ਆ ਬਾਬਾ ਸ਼੍ਰੀ ਚੰਦ ਜੀ। ਸਦਾ ਜੋਗ ਰਸ ਭੋਗਨ ਕਰਤੇ ਤੇ ਹਮੇਸ਼ਾ ਹੀ ਯੋਗ ਰਸ ਨੂੰ ਭੋਗਦੇ, ਯੋਗ ਰਸ ਦਾ ਆਨੰਦ ਭੋਗਦੇ ਰਹੇ ਵਾ। ਜਗਤ ਵਾਸਨਾ ਨਹਿ ਮਨ ਬਰਤੇ ਤੇ ਸੰਸਾਰ ਦੀ ਭੈੜੀ ਵਾਸ਼ਨਾ ਕਦੇ ਮਨ ਤੇ ਵਰਤਣ ਨਹੀਂ ਦਿੱਤੀ, ਜਾਂ ਸੰਸਾਰ ਵਿੱਚ ਵਾਸ਼ਨਾ ਬਿਰਤੀ ਨਾਲ ਕਦੇ ਨਹੀਂ ਵਰਤੇ ਸਨ। ਜਹਾਂਗੀਰ ਜਬ ਭਾਤੁਰ ਕੇਸ ਤੇ ਜਦੋਂ ਫਿਰ ਅੱਗੇ ਸਮਾਂ ਲੰਘਿਆ ਤੇ ਜਹਾਂਗੀਰ ਖਾਲਸਾ ਦੀ ਅਕਬਰ ਦਾ ਪੁੱਤਰ ਜਦੋਂ ਇਹ ਬਣਿਆ ਹੈ, ਜਿਹੜਾ ਉਹ ਇੱਥੇ ਬਾਦਸ਼ਾਹ ਬਣਿਆ ਹਿੰਦੁਸਤਾਨ ਦਾ, ਸੁਣ ਕੈ ਇਨ ਕੋ ਸੋ ਜਸ ਵਿਸ਼ੇਸ਼ ਜਦੋਂ ਇਹ ਜਹਾਂਗੀਰ ਨੇ ਸਾਧ ਸੰਗਤ ਜੀ ਬੜਾ ਭਾਰੀ ਜਸ ਸੁਣਿਆ ਬਾਬਾ ਸ਼੍ਰੀ ਚੰਦ ਦਾ ਕਿ ਬਹੁਤ ਇਹਨਾਂ ਦੀ ਮਹਿਮਾ, ਗੁਰੂ ਨਾਨਕ ਪਾਤਸ਼ਾਹ ਦੇ ਸਪੁੱਤਰ ਤੇ ਬੜੀ ਸ਼ਕਤੀ ਅਜਮਤ ਦੇ ਮਾਲਕ ਹਨ। ਕਈ ਵਾਰ ਨਿਜ ਮਨ ਜਪਠਾਏ ਕਈ ਵਾਰ ਇਹ ਜਹਾਂਗੀਰ ਨੇ ਬਾਬਾ ਸ਼੍ਰੀ ਚੰਦ
ਚੰਦ ਜੀ ਦੇ ਪਾਸ ਸੱਦਾ ਭੇਜਿਆ, ਆਪਦੇ ਸੈਨਿਕ ਭੇਜ ਬਿਨੈ ਠਾਨ ਕੈ ਨਿਕਟ ਬੁਲਾਏ। ਵੀ ਆਪ ਜੀ ਸਾਡੇ ਪਾਸ ਆਓ ਹੈ ਸ਼੍ਰੀ ਚੰਦ ਜੀ ਮਹਾਰਾਜ। ਇਉਂ ਬੇਨਤੀਆਂ ਜਿਹੜਾ ਵਾ ਜਹਾਂਗੀਰ ਕਰਦਾ ਰਿਹਾ ਬਾਦਸ਼ਾਹ। ਕਰਾਮਾਤ ਕੋ ਚਾਹਤ ਦੇਖਾ, ਕਿਉਂਕਿ ਜਿਹੜਾ ਇਹ ਜਹਾਂਗੀਰ ਹੈ ਬਾਬਾ ਸ਼੍ਰੀ ਚੰਦ ਦੀ ਕਰਾਮਾਤ ਨੂੰ ਵੇਖਣਾ ਚਾਹੁੰਦਾ ਸੀ ਵੀ ਕਿੰਨੀ ਸ਼ਕਤੀ ਦੇ ਮਾਲਕ ਹਨ, ਕੌਤਕ ਜਿਸ ਕੇ ਹਿਰਦੈ ਵਿਸੇਖਾ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਭਾਰੀ ਸੁਣਿਆ ਵਾ ਵੀ ਕੌਤਕਾਂ ਦੇ ਮਾਲੀ ਵਾਲਕ ਹਨ। ਗੋਦੜੀਆ ਸੇਵਕ ਰਹਿ ਨਾਲੇ, ਇੱਕ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਗੋਦੜੀਆ ਨਾਮ ਦਾ ਸਿੱਖ ਸੀ ਸੇਵਕ, ਇਹਨਾਂ ਦਾ ਉਹ ਨਾਲ ਹੀ ਰਹਿੰਦਾ ਸੀ ਸਦਾ। ਜਿਸ ਕੇ ਕੰਧ ਚੜ੍ਹੈ ਜਬ ਚਾਲੇ, ਤੇ ਬਾਬਾ ਸ਼੍ਰੀ ਚੰਦ ਜੀ ਦੀ ਖਾਲਸਾ ਦੀ ਉਮਰ ਵੱਡੀ ਸੀ, ਤੁਰਿਆ ਨਾ ਜਾਣ ਕਰਕੇ ਇਹ ਭਾਈ ਗੋਦੜੀਆ ਜੀ ਦੇ ਮੋਢਿਆਂ ਤੇ ਚੜ੍ਹਦੇ ਸੀ ਜਦੋਂ ਕਿਤੇ ਜਾਂਦੇ ਸੀ ਬਾਬਾ ਸ਼੍ਰੀ ਚੰਦ ਜੀ। ਤੋ ਭਾਈ ਗੋਦੜੀਆ ਜੀ ਦੇ ਮੋਢਿਆਂ ਦੀ ਸਵਾਰੀ ਕਰਕੇ ਕਿਤੇ ਜਾਂਦੇ ਸਨ। ਨਾਹੇ ਤਾਂ ਟਿਕੇ ਰਹਿ ਨਿਜ ਥਾਨ, ਨਹੀਂ ਤਾਂ ਇੱਕ ਥਾਂ ਤੇ ਆਪਦੇ ਸਥਾਨ ਟਾਲਾ ਸਾਹਿਬ ਦਾ ਸਥਾਨ ਹੈ, ਜਿੱਥੇ ਬਾਬਾ ਸ਼੍ਰੀ ਚੰਦ ਜੀਆਂ ਦਾ ਧੂਣਾ ਸੀ, ਪਾਵਨ ਸਥਾਨ। ਸਦਾ ਲਗਾਏ ਰੱਖੈ ਧਿਆਨ, ਤੇ ਸਦਾ ਪਰਮੇਸ਼ਰ ਵਿੱਚ ਬਿਰਤੀ ਨੂੰ ਇਸਤਤ ਰੱਖਦੇ ਸਨ। ਜਿਸ ਪਰ ਚੜ ਲਵ ਪੁਰੀ ਸਿਧਾਰੇ, ਜਦੋਂ ਜਹਾਂਗੀਰ ਦਾ ਸਾਧ ਸੰਗ ਜੀ ਸੱਦਾ ਆਇਆ ਤੇ ਧੰਨ ਬਾਬਾ ਸ਼੍ਰੀ ਚੰਦ ਜੀ ਭਾਈ ਗੋਦੜੀਆ ਦੇ ਮੋਢਿਆਂ ਤੇ ਚੜ ਕੇ ਫਿਰ ਇਥੋਂ ਟਾਲਾ ਸਾਹਿਬ ਤੋਂ ਲਾਹੌਰ ਨੂੰ ਗਏ ਆ। ਸਨੈ ਸਨੈ ਤਹ ਪਹੁੰਚ ਸੁਖਾਰੇ, ਤੇ ਹੌਲੀ ਹੌਲੀ ਚਾਲ ਬਣਦੀ ਜਿਵੇਂ ਗਏ ਵਾ ਸਨੇ ਸਨੇ ਹੌਲੀ ਹੌਲੀ ਫਿਰ ਉੱਥੇ ਉਹਦੇ ਮਹਿਲਾਂ ਵਿੱਚ ਲਾਹੌਰ ਪਹੁੰਚ ਗਏ ਆ। ਇੱਕ ਦਿਨ ਡੇਰਾ ਤਹਾਂ ਟਿਕਾਏ, ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਲਾਹੌਰ ਵਿੱਚ ਰਹੇ ਆ। ਪੁਨ ਤੁਰਕੇਸਰ ਨਿਕਟ ਬੁਲਾਏ, ਇਸ ਤੋਂ ਬਾਅਦ ਫਿਰ ਕੀ ਆ, ਤੁਰਕੇਸ਼ ਜਿਹੜਾ ਜਹਾਂਗੀਰ ਬਾਦਸ਼ਾਹ ਨੇ ਧੰਨ ਬਾਬਾ ਸ਼੍ਰੀ ਚੰਦ ਜੀਆਂ ਨੂੰ ਆਪਦੇ ਪਾਸ ਬੁਲਾਇਆ। ਜਨ ਗੋਦੜੀਏ ਪਰ ਆਰੂੜ, ਤੇ ਬਾਬਾ ਸ਼੍ਰੀ ਚੰਦ ਜੀ ਉਸੇ ਭਾਈ ਗੋਦੜੀਆ ਜੀ ਦੇ ਮੋਢਿਆਂ ਉੱਪਰ ਚੜੇ ਹੋਏ ਹਨ। ਪਹੁੰਚੇ ਤਹ ਆਸੈ ਜਿਨ ਗੂੜ, ਜਿਨ੍ਹਾਂ ਦਾ ਸਿਧਾਂਤ ਬੜਾ ਗੂੜ ਗੁੱਜਾ ਹੈ। ਪਹੁੰਚ ਤੀਰ ਜਬ ਸਨਮੁਖ ਦੀਖਾ, ਤੇ ਜਦੋਂ ਫਿਰ ਇਸ ਪ੍ਰਕਾਰ ਸਾਹਮਣੇ ਕੋਲ ਗਏ ਆ ਜਹਾਂਗੀਰ ਬਾਦਸ਼ਾਹ ਦੇ, ਇਸ ਪ੍ਰਕਾਰ ਧੰਨ ਬਾਬਾ ਸ਼੍ਰੀ ਚੰਦ ਜੀ ਤਹ ਉਤਰੇ ਤਨ ਸੰਭੂ ਸਰੀਖਾ, ਤੇ ਉਹ ਮੋਢਿਆਂ ਤੋਂ ਉਤਰੇ ਆ ਭਾਈ ਗੋਦੜੀਆ ਜੀ ਦੇ ਮੋਢਿਆਂ ਤੋਂ ਹੇਠਾਂ ਉਤਰੇ, ਜਿਨ੍ਹਾਂ ਦਾ ਸ਼ੰਭੂ ਸਰੀਕਾ ਕੀ ਸ਼ਿਵ ਭਗਵਾਨ ਵਰਗਾ ਸੁੰਦਰ ਸਰੀਰ ਹੈ ਬਾਬਾ ਸ਼੍ਰੀ ਚੰਦ ਜੀਆਂ ਦਾ। ਤਨ ਪਰ ਕੀ ਖਿੰਥਾ ਸੋ ਉਤਾਰੀ, ਤੇ ਇਸ ਪ੍ਰਕਾਰ ਜਿਹੜੀ ਉਹ ਗੋਦੜੀ ਪਾਈ ਹੁੰਦੀ ਖਾਲਸਾ ਜੀ ਮੋਢੇ ਤੇ ਜੋਗੀਆਂ ਸਾਧੂਆਂ ਨੇ, ਉਹ ਗੋਦੜੀ ਜੀ ਗਲ ਵਿੱਚ ਪਾਈ ਹੋਈ ਬਾਬਾ ਸ਼੍ਰੀ ਚੰਦ ਜੀਆਂ ਉਤਾਰ ਦਿੱਤੀ ਹੈ। ਧਰੀ ਤਹਾਂ ਜਹ ਪਰ ਹੈ ਨਿਹਾਰੀ, ਤੇ ਗੋਦੜੀ ਗਲ ਵਾਲੀ ਉੱਥੇ ਰੱਖ ਦਿੱਤੀ ਜਿੱਥੇ ਜਹਾਂਗੀਰ ਨੂੰ ਦਿਸੀ ਜਾਵੇ, ਭਾਵ ਕਿ ਜਹਾਂਗੀਰ ਦੇ ਸਾਹਮਣੇ ਕਰਕੇ ਉਹ ਗੋਦੜੀ ਰੱਖ ਦਿੱਤੀ। ਬਿਰਧ ਅਵਸਥਾ ਤਬ ਚਲ ਗਏ, ਤੇ ਬਜ਼ੁਰਗ ਅਵਸਥਾ ਸੀ ਬਾਬਾ ਸ਼੍ਰੀ ਚੰਦ ਜੀਆਂ ਦੀ। ਫਿਰ ਇਸ ਤਰ੍ਹਾਂ ਇਹ ਜਹਾਂਗੀਰ ਦੇ ਪਾਸ ਗਏ ਚੱਲ ਕਰ। ਸਾਦਰ ਬੋਲ ਬਿਠਾਵਤ ਭਏ, ਤੇ ਜਹਾਂਗੀਰ ਬਾਦਸ਼ਾਹ ਨੇ ਬੜੇ ਸਤਿਕਾਰ ਨਾਲ ਬਾਬਾ ਸਾਹਿਬ ਨੂੰ ਆਪਦੇ ਪਾਸ ਬਿਠਾਉਣਾ ਕੀਤਾ। ਕਰਿਓ ਪਰਸ ਪਰ ਬਾਕ ਬਿਲਾਸ, ਬੜੇ ਖੁਸ਼ ਹੋ ਕਰਕੇ ਜਹਾਂਗੀਰ ਨੇ ਫਿਰ ਬਚਨ ਬਲਾਸ ਕੀਤੇ ਹੈ। ਉੱਤਰ ਉਚਿਤ ਦੀਏ ਤਿਸ ਪਾਸ, ਤੇ ਬੜੇ ਢੰਗ ਦੇ ਨਾਲ ਸ਼੍ਰੇਸ਼ਟ ਉੱਤਰ ਯੋਗ ਉੱਤਰ ਜਿਹੜੇ ਵਾ ਬਾਬਾ ਸ਼੍ਰੀ ਚੰਦ ਜੀਆਂ ਨੇ ਜਹਾਂਗੀਰ ਨੂੰ ਵਾਜਬ ਜਵਾਬ ਦਿੱਤੇ ਆ। ਪੁਨ ਤੁਰਕੇਸ ਵਿਲੋਕਨ ਕਰੀ, ਉਸ ਤੋਂ ਬਾਅਦ ਫਿਰ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਉਹਨੇ ਕੀ ਵੇਖਣਾ ਕੀਤਾ। ਖਿੰਥਾ ਬਹ ਕੰਪਤ ਜਹ ਧਰੀ, ਜਿਹੜੀ ਉਹ ਖਿੰਥਾ ਪਈ ਹੈ ਨਾ ਗੋਦੜੀ, ਉਹ ਪਈ ਹੋਈ ਜਿਹੜੀ ਉਹ ਗਲ ਦੀ ਲਾਈ ਹੋਈ ਗੋਦੜੀ ਜਿੱਥੇ ਬਾਬਾ ਸ਼੍ਰੀ ਚੰਦ ਜੀਆਂ ਰੱਖੀ ਸੀ, ਉਹ ਕੰਬਦੀ ਆ ਕੱਲੀ ਪਈ ਹੋਈ। ਇਤ ਉਤ ਚੱਲ ਹੈ ਉੱਠ ਹੈ ਗਿਰ ਧਰਨੀ, ਕਦੀ ਇਧਰ ਨੂੰ ਚੱਲਦੀ ਆਪ ਹੀ ਗੋਦੜੀ ਹੋ ਜਾਂਦੀ, ਕਦੇ ਦੂਜੇ ਪਾਸੇ ਚੱਲਦੀ ਵੈ, ਕਦੇ ਉੱਪਰ ਉੱਠ ਜਾਂਦੀ ਹਵਾ ਵਿੱਚ। ਕਬ ਇਕੱਠੀ ਕਬ ਹੋਏ ਪਸਰਨੀ, ਕਦੇ ਉਹ ਸੁੰਗੜ ਜਾਂਦੀ ਵੈ ਗੋਦੜੀ ਪਈ ਹੋਈ, ਤੇ ਕਦੇ ਬੜੀ ਫੈਲ ਜਾਂਦੀ ਹੈ। ਕਬ ਉੱਚੇ ਹੋਏ ਲੈ ਅੰਗਰਾਈ, ਕਦੀ ਉੱਚੀ ਜੀ ਹੋ ਕੇ ਜਿਵੇਂ ਕੋਈ ਵਾਸੀਆਂ ਲੈਂਦਾ ਅੰਗੜਾਈਆਂ ਉਹ ਲੈਣ ਲੱਗ ਜਾਂਦੀ, ਜਿਵੇਂ ਉਹਦੇ ਵਿੱਚ ਕੋਈ ਉਵਾਸੀਆਂ ਲੈਂਦਾ ਹੋਵੇ। ਕਬ ਹੈ ਜੰਭਾਈ ਕੀ ਸਮਤਾਈ, ਤੇ ਕਦੇ ਇਸ ਪ੍ਰਕਾਰ ਇਸ ਤਰ੍ਹਾਂ ਦੀ ਕਿਰਿਆ ਉਹ ਖਿੰਥਾ ਜੀ ਜਿਹੜੀ ਗੋਦੜੀ ਕਰ ਰਹੀ ਹੈ। ਕੰਪਤ ਖਿੰਥਾ ਪਿਖ ਵਿਸਮਾਇਓ, ਤੇ ਜਦੋਂ ਇਹ ਖਿੰਥਾ ਜੀ ਕੰਬਦੀ ਵੇਖੀ ਤੇ ਜਹਾਂਗੀਰ ਡਰ ਗਿਆ, ਵੇਖ ਕੇ ਹੈਰਾਨ ਹੁੰਦਾ ਹੈ। ਹਿਤ ਬੁਝਣ ਤੁਰਕੇਸ ਆਲਾਇਓ, ਤੇ ਪੁੱਛਣ ਵਾਸਤੇ ਜਹਾਂਗੀਰ ਫਿਰ ਬਾਬਾ
ਸ਼੍ਰੀ ਚੰਦ ਜੀਆਂ ਨੂੰ ਸ਼ੰਕਾ ਪੈ ਗਿਆ ਤੇ ਮਨ ਵਿੱਚ ਵੀ ਇਹਦੇ ਵਿੱਚ ਕੀ ਆ ਜਿਹੜਾ ਆਪੇ ਹਿੱਲੀ ਜਾਂਦਾ ਗੋਦੜੀ ਵਿੱਚ। ਸ਼ੰਕਾ ਨਿਵਰਤ ਕਰਨ ਵਾਸਤੇ ਬਾਬਾ ਸ਼੍ਰੀ ਚੰਦ ਜੀਆਂ ਨੂੰ ਜਹਾਂਗੀਰ ਪੁੱਛਦਾ ਹੈ, ਤਰੈ ਗੋਦਰੀ ਕਿਆ ਤਜ ਆਏ। ਕਹਿੰਦੇ ਉਹ ਮਹਾਂਪੁਰਸ਼ੋ ਬਾਬਾ ਜੀ ਉਹ ਗੋਦੜੀ ਵਿੱਚ ਤੁਸੀਂ ਕੀ ਛੱਡ ਆਏ ਰੱਖ ਆਏ ਹੋ। ਇਤ ਉਤ ਹੋਤ ਬਿਕਲ ਅਕਲਾਏ। ਜਿਹੜਾ ਇੱਧਰ ਹੁੰਦਾ ਕਦੇ ਹਿਲਦਾ, ਇੱਧਰ ਹੁੰਦਾ ਕਦੇ ਬੜਾ ਦੁਖੀ ਜਾ ਹੁੰਦਾ ਜਾਪਦਾ, ਵਿੱਚ ਇਹਦੇ ਕੀ ਛੱਡ ਆਏ ਹੋ। ਸੁਣਤ ਕਹਿਓ ਸ਼੍ਰੀ ਨਾਨਕ ਨੰਦ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਜੀਆਂ ਆਖਿਆ ਇਸ ਜਹਾਂਗੀਰ ਦੇ ਤਾਈ। ਦਰਵੇਸ਼ਣ ਕੇ ਖਿਆਲ ਬਿਲੰਦ। ਆਖਿਆ ਹੈ ਬਾਦਸ਼ਾਹ ਦਰਵੇਸ਼ਾਂ ਸਾਧੂਆਂ ਦੇ ਬੜੇ ਖਿਆਲ ਹੁੰਦੇ ਆ, ਤੂੰ ਕੀ ਲੈਣਾ ਹੈ। ਇਨ ਕੋ ਅੰਤ ਲੈਣ ਭਲ ਨਾਹੀ। ਇਹ ਸਾਧੂ ਦਰਵੇਸ਼ਾਂ ਦਾ ਅੰਤ ਲੈਣ ਵਾਲੇ ਪਾਸੇ ਨਹੀਂ ਜਾਈਦਾ ਹੁੰਦਾ, ਚੰਗਾ ਨਹੀਂ ਹੁੰਦਾ ਹੈ। ਨੀਕੀ ਜਿਤਕ ਸੇਵ ਬਨ ਜਾਹੀ। ਬਸ ਇਹ ਆ ਜਿੰਨੀ ਸਾਧੂ ਦੀ ਸੇਵਾ ਕਰ ਲੋ ਉਹੀ ਚੰਗੀ ਵੈ, ਇਹਨਾਂ ਦਾ ਅੰਤ ਲੈਣਾ ਚੰਗਾ ਨਹੀਂ ਹੁੰਦਾ ਹੈ। ਕੋਈ ਕਿਮ ਵਰਤੈ ਕਿਮ ਹੋਏ। ਕਿਉਂਕਿ ਕੋਈ ਸਾਧੂ ਕਿਵੇਂ ਵਰਤਦਾ, ਕਿਸੇ ਦੀ ਕਿਰਿਆ ਕਿਵੇਂ ਹੁੰਦੀ ਵੈ, ਸਭ ਆਪਣੀ ਮੌਜ ਵਿੱਚ ਕੋਈ ਕਿਸ ਪ੍ਰਕਾਰ ਵਰਤਦਾ, ਕੋਈ ਕਿਵੇਂ ਵਰਤਦਾ ਜੀਵਨ ਵਿੱਚ। ਨਿਤ ਖੁਦਾਏ ਕੇ ਸਨਮੁਖ ਹੋਏ। ਤੇ ਪਰ ਇਹ ਆ ਵੀ ਸਾਧੂ ਸਾਰੇ ਸਦਾ ਪਰਮੇਸ਼ਰ ਦੇ ਸਨਮੁਖ ਰਹਿੰਦੇ, ਕਦੇ ਬੇਮੁਖ ਨਹੀਂ ਹੁੰਦੇ ਆ। ਜਹਾਂਗੀਰ ਨੇ ਪੁਨః ਬਖਾਨਾ। ਪੁਨः ਫਿਰ ਸਾਧ ਸੰਗਤ ਜੀ ਜਹਾਂਗੀਰ ਨੇ ਫਿਰ ਦੁਬਾਰਾ ਪੁੱਛਣਾ ਕੀਤਾ ਬਾਬਾ ਸ਼੍ਰੀ ਚੰਦ ਜੀਆਂ ਤੋਂ। ਮੋਹਿ ਦਿਖਾਵਾ ਕਿਰਪਾ ਨਿਧਾਨਾ। ਕਹਿੰਦੇ ਨਹੀਂ ਬਾਬਾ ਜੀ ਕਿਰਪਾ ਦੇ ਖਜ਼ਾਨੇ ਹੋ ਇੱਕ ਵਾਰੀ ਵਿਖਾਓ ਸਹੀ ਇਹ ਗੋਦੜੀ ਵਿੱਚ ਕੀ ਸ਼ੈ ਹੈ। ਅਚਰਜ ਵਰਤਤ ਹੈ ਮਨ ਮੇਰੇ। ਕਿਉਂਕਿ ਮੇਰੇ ਮਨ ਵਿੱਚ ਬੜਾ ਸ਼ੰਕਾ ਤੇ ਹੈਰਾਨੀ ਵਰਤ ਰਹੀ ਹੈ। ਖਿੰਥਾ ਕੰਪਤ ਪਰਹੀ ਹੇਰੇ। ਮੇਰੇ ਸਾਹਮਣੇ ਪਈ ਹੋਈ ਖਿੰਥਾ ਕੱਲੀ ਕੰਬੀ ਜਾਂਦੀ, ਕਦੇ ਉੱਪਰ ਉੱਠਦੀ, ਕਦੇ ਸੱਜੇ ਕਦੇ ਖੱਬੇ। ਇਹ ਵੇਖ ਵੇਖ ਕੇ ਮੇਰੇ ਮਨ ਵਿੱਚ ਰਿਹਾ ਨਹੀਂ ਜਾਂਦਾ, ਦੱਸੋ ਵਿਖਾਓ ਜਰੂਰ ਇਹਦੇ ਵਿੱਚ ਕੀ ਹੈ। ਅਪਰ ਨਹੀਂ ਕਛ ਜਾਣਿਓ ਜਾਏ। ਵੀ ਇਹਦੇ ਵਿੱਚ ਹੈ ਕਿ ਹੋਰ ਤਾਂ ਕੁਝ ਜਾਣਿਆ ਨਹੀਂ ਜਾਂਦਾ ਹੈ। ਕਿਆ ਇਸ ਵਿਖੇ ਰਹਿਓ ਦੁਖ ਪਾਏ। ਕੌਣ ਹੈ ਇਹਦੇ ਵਿੱਚ ਜਿਹੜਾ ਬੜਾ ਦੁਖੀ ਹੋ ਰਿਹਾ ਹੈ। ਸ੍ਰੀ ਚੰਦ ਜੀ ਤਬਹਿ ਬੁਲਾਇਓ। ਉਹ ਸਮੇਂ ਫਿਰ ਬਾਦਸ਼ਾਹ ਨੂੰ ਧੰਨ ਬਾਬਾ ਸ਼੍ਰੀ ਚੰਦ ਜੀ ਬੋਲੇ ਆ, ਆਵਹ ਖਿੰਥਾ ਮਹਿ ਜੋ ਟਿਕਾਇਓ। ਵਾਹਿਗੁਰੂ ਖਿੰਥਾ ਵਾਲੇ ਪਾਸੇ ਮੂੰਹ ਕਰਕੇ ਬਾਬਾ ਸ਼੍ਰੀ ਚੰਦ ਜੀ ਬੋਲੇ, ਕਹਿੰਦੇ ਉਹ ਭਾਈ ਖਿੰਥਾ ਵਿੱਚ ਜਿਹੜਾ ਵੀ ਤੂੰ ਹੈ ਆ ਬਾਹਰ ਇੱਥੇ ਆਉਣਾ ਕਰ। ਤੁਰਕੇਸਰ ਕੋ ਆਪਨੋ ਆਪ। ਤੇ ਆਪਦਾ ਆਪਾ ਜਿਹੜਾ ਹੈ ਇਸ ਰਾਜੇ ਤੁਰਕ ਦੇ ਤਾਈ। ਕਰਹਾ ਦਿਖਾਵਣ ਸਹਿਤ ਪ੍ਰਤਾਪ। ਤੇ ਪ੍ਰਤਾਪ ਦੇ ਸਹਿਤ ਵਿਖਾਵਦਾ ਵੀ ਤੂੰ ਕੌਣ ਹੈ। ਇਸ ਖਿੰਥਾ ਦੇ ਵਿੱਚ ਜਾਣਨਾ ਚਾਹੁੰਦਾ ਹੈ ਜਹਾਂਗੀਰ ਬਾਦਸ਼ਾਹ। ਹੁਤੋ ਗੋਦਰੀ ਮਹਿ ਜੁਰ ਭਾਰਾ। ਇਹ ਖਾਲਸਾ ਜੀ ਇਹ ਗੋਦੜੀ ਬਾਬਾ ਸ਼੍ਰੀ ਚੰਦ ਜੀ ਦੇ ਵਿੱਚ ਜਿਹੜਾ ਤਈਆ ਕਹਿੰਦੇ ਵੇ ਜਾਂ ਜਿਹਨੂੰ ਤਾਪ ਬੁਖਾਰ ਕਹਿੰਦੇ ਵੇ ਉਹ ਪਾਇਆ ਹੋਇਆ ਹੈ। ਸ਼੍ਰੀ ਗੁਰ ਸੁਤ ਨੇ ਜਬਹਿ ਹਕਾਰਾ। ਤੇ ਜਦੇ ਹੀ ਬਾਬਾ ਸ਼੍ਰੀ ਚੰਦ ਜੀ ਨੇ ਆਵਾਜ਼ ਮਾਰਨਾ ਕੀਤੀ ਹੈ। ਜਹਾਂਗੀਰ ਕਹਾ ਆਨ ਚੜਿਓ ਹੈ। ਤੇ ਉਹ ਨਿਕਲ ਕੇ ਖਿੰਥਾ ਵਿੱਚੋਂ ਤੇ ਜਹਾਂਗੀਰ ਨੂੰ ਚੰਬੜਿਆ ਹੈ। ਸੁਸਕ ਭਇਓ ਮੁਖ ਕੰਪ ਬੜਿਓ ਹੈ। ਇਹਦਾ ਮੂੰਹ ਸੁੱਕ ਗਿਆ ਮਿੰਟੋ ਮਿੰਟ ਹੀ ਇਹ ਜਹਾਂਗੀਰ ਦਾ, ਤੇ ਕੰਬਣ ਲੱਗ ਗਿਆ, ਬੜਾ ਕੰਬਾ ਚੜਦਾ ਹੈ। ਤਨ ਰੁਮਾਂਚ ਲੋਚਨ ਭੇ ਲਾਲ। ਆ ਸਰੀਰ ਦੇ ਲੂ ਕੰਡੇ ਜੇ ਖੜੇ ਹੋ ਗਏ ਤੇ ਮੂੰਹ ਇਹਦਾ ਐਨ ਲਾਲ ਸੁਰਖ ਹੋ ਗਿਆ। ਤਪਤਿਓ ਪੀੜਾ ਬੜੀ ਵਿਸਾਲ। ਤੇ ਬੜੀ ਪੀੜ ਤਪ ਗਿਆ, ਸਰੀਰ ਐਨ ਤਪਣ ਲੱਗਿਆ, ਬੜੀ ਪੀੜ ਵੱਧ ਗਈ ਬਾਦਸ਼ਾਹ ਦੇ ਤਾਈ। ਹੱਡ ਫੁਰਨੀ ਸਿਰ ਮੈਂ ਬਿਰਥਾ। ਤੇ ਇਸ ਪ੍ਰਕਾਰ ਇਹੋ ਜੀ ਇਹਦੀ ਹਾਲਤ ਹੋ ਗਈ ਜਿਵੇਂ ਹੱਡ ਭੰਨੇ ਜਾਂਦੇ ਹੁਣ, ਕਿਸੇ ਨੇ ਹੱਡ ਭੰਨੇ ਹੋਣ ਐਉਂ ਬੜੀ ਪੀੜ ਮਨਾਉਂਦਾ ਹੈ। ਭਇਓ ਬਿਹਾਲ ਮ੍ਰਿਤਕ ਹੋਏ ਜਥਾ। ਵੀ ਸਿਰ ਦੇ ਹੱਡ ਟੁੱਟ ਗਏ ਹੋਣ, ਇਉਂ ਸਿਰ ਦੀ ਹਾਲ ਬਣ ਗਈ। ਤੇ ਭਇਓ ਬਿਹਾਲ ਮ੍ਰਿਤਕ ਹੋਏ, ਬੇਹੋਸ਼ ਹੋ ਕੇ ਖਾਲਸਾ ਜੀ ਉਹ ਆਪਦੇ ਸਿੰਘਾਸਣ ਜੇ ਤੋਂ ਥੱਲੇ ਡਿੱਗ ਪਿਆ ਬੇਹੋਸ਼ ਹੋ ਕੇ। ਹੱਥ ਜੋੜ ਕਹਿ ਮੋਹਿ ਨਾ ਦਿਖਾਵੋ। ਤੇ ਮਾੜੀ ਜੀ ਹੋਸ਼ ਕਰਕੇ ਦੋਵੇਂ ਹੱਥ ਜੋੜ ਕੇ ਬਾਬਾ ਸ਼੍ਰੀ ਚੰਦ ਨੂੰ ਕਹਿੰਦਾ ਮਰ ਜਾ, ਹੱਥ ਜੋੜੇ, ਮੈਨੂੰ ਮੈਂ ਨਹੀਂ ਵੇਖਣਾ ਇਹਦੇ ਤਾਈ। ਮਹਾ ਦੁਖਤ ਕਾ ਸ਼ੀਘਰ ਹਟਾਵੋ। ਆ ਭੈੜੇ ਦੁੱਖ ਦੇਣ ਵਾਲੇ ਨੂੰ ਛੇਤੀ ਹਟਾ ਲਓ ਤੁਸੀਂ, ਨਾਹੀਂ ਤਾਂ ਪ੍ਰਾਣ ਹਾਨ ਹੋਏ ਮੇਰੇ। ਨਹੀਂ ਤਾਂ ਮੈਨੂੰ ਹੁਣੇ ਇਹ ਮਾਰ ਮੁਕਾਵੇਗਾ, ਮੈਂ ਇੱਥੇ ਹੀ ਚੜਾਈ ਕਰ ਜਾਵਾਂਗਾ। ਤੁਮ ਸਮਰੱਥ ਸਭ ਰੀਤ ਬਡੇਰੇ। ਤੇ ਮੈਂ ਜਾਣ ਲਿਆ ਤੁਸੀਂ ਸਭ ਪਾਸੇ ਤੋਂ ਸਮਰੱਥ ਹੋ, ਸ਼ਕਤੀਆਂ ਵਾਲੇ, ਸ਼ਕਤੀਵਾਨ ਹੋ। ਬਿਨੈ ਸੁਣਤ ਗੁਰ ਪੁੱਤਰ ਉਚਾਰਾ। ਇਹਦੀ ਬੇਨਤੀ ਜਹਾਂਗੀਰ ਦੀ ਸੁਣ ਕਰਕੇ ਫਿਰ ਬਾਬਾ ਸ਼੍ਰੀ ਚੰਦ ਜੀ ਬੋਲੇ ਆ, ਹਟ ਪ੍ਰਵਿਸ਼ਹ ਤਿਸ ਖਿੰਥ ਮਝਾਰਾ। ਉਹ ਬੁਖਾਰ ਜਾਂ ਤਾਪ ਦੇ ਤਾਈ ਬੋਲੇ ਵਾ ਵੀ ਭਾਈ ਫਿਰ ਵੜ ਜਾ, ਜਿੱਥੋਂ ਤੂੰ ਆਇਆ ਉਹ ਖਿੰਥਾ ਦੇ ਵਿੱਚ ਹੀ ਫੇਰ ਵੜ ਗਿਆ
ਹੈ ਤਾਪ। ਤਿਸ ਤੇ ਉਤਰ ਗਇਓ ਤਤਕਾਲਾ। ਤੇ ਤਤਕਾਲੀ ਜਹਾਂਗੀਰ ਬਿਲਕੁਲ ਦਰੁਸਤ ਹੋ ਗਿਆ, ਇਹਦਾ ਤਾਪ ਫਿਰ ਉਤਰ ਗਿਆ ਹੈ। ਲੱਗੀ ਹਲਣ ਗੋਦਰੀ ਬਿਸਾਲਾ। ਉਹ ਗੋਦੜੀ ਜੀ ਪਈ ਹੋਈ ਫੇਰ ਹੱਲਣ ਲੱਗੀ ਪਹਿਲਾਂ ਵਾਂਗ ਹੀ। ਜਹਾਂਗੀਰ ਸੋ ਪੁਨਹ ਸੁਨਾਇਬ। ਤੇ ਫਿਰ ਬਾਬਾ ਸ਼੍ਰੀ ਚੰਦ ਜੀ ਇਹ ਸੁਣਾਉਣਾ ਕੀਤਾ ਜਹਾਂਗੀਰ ਤਾਂ ਹੀ ਆਖਿਆ। ਇਹੋ ਜੁਰ ਹਮਰੇ ਤਨ ਹਿਤ ਆਇਬ। ਕਹਿੰਦੇ ਬਾਦਸ਼ਾਹ ਇਹ ਜਿਹੜਾ ਹੈ ਸੀ ਇਹ ਤਾਪ ਇਹ ਸਾਨੂੰ ਚੜਿਆ ਹੋਇਆ ਸੀ, ਭਾਵ ਸਾਡੇ ਸਰੀਰ ਨੂੰ ਪਹਿਲਾਂ ਹੀ ਚੜਿਆ ਲੱਗਿਆ ਹੋਇਆ ਸੀ। ਚੜ੍ਹੇ ਤਾਪ ਕੇ ਹਮ ਚਲ ਆਏ। ਤੇ ਤਾਪ ਚੜੇ ਤੋਂ ਅਸੀਂ ਤੇਰੇ ਕੋਲ ਚੱਲ ਕੇ ਆਏ ਸਾਂ। ਤੁਮ ਸੋ ਬੋਲਣ ਹਿਤ ਤਜ ਥਾਏ। ਪਰ ਅਸੀਂ ਆਖਿਆ ਵੀ ਤੇਰੇ ਨਾਲ ਬਚਨ ਬਲਾਸ ਕਰਨੇ ਪੈਣੇ ਆ, ਇਸ ਕਰਕੇ ਅਸੀਂ ਇਹਨੂੰ ਆ ਗੋਦੜੀ ਜੀ ਵਿੱਚ ਪਾ ਦਿੱਤਾ ਸੀ ਉਤਾਰ ਕੇ। ਚੜ੍ਹੇ ਤਾਪ ਕੇ ਸੁਨਿਬੋ ਕਹਿਬੋ। ਕਿਉਂਕਿ ਜੇ ਤਾਪ ਚੜਿਆ ਹੋਵੇ ਸਰੀਰ ਤਪਦਾ ਹੈ ਤੇ ਗੱਲ ਕਰਨੀ ਵੀ ਔਖੀ ਤੇ ਸੁਣਨੀ ਵੀ ਔਖੀ ਹੁੰਦੀ ਹੈ। ਹੋ ਤੋ ਨ ਨੀਕੇ ਤਨ ਕੋ ਦਹਿਬੋ। ਤੇ ਸਰੀਰ ਠੀਕ ਨਾ ਹੋਣ ਕਰਕੇ ਨਹੀਂ ਉਹ ਦਰੁਸਤੀ ਨਾਲ ਗੱਲਬਾਤ ਹੁੰਦੀ। ਤੇਰੇ ਬਚਨ ਸੁਣਨ ਵਾਸਤੇ, ਤੇਰੇ ਨਾਲ ਬਚਨ ਬਲਾਸ ਕਰਨ ਵਾਸਤੇ ਕਹਿੰਦੇ ਸਾਨੂੰ ਤਾਪ ਤਾਂ ਚੜਿਆ ਹੀ ਹੋਇਆ ਸੀ ਜਦੋਂ ਤੇਰੇ ਕੋਲ ਆਏ ਆ, ਪਰ ਤੇਰੇ ਨਾਲ ਗੱਲ ਕਰਨ ਵਾਸਤੇ ਅਸੀਂ ਇਹਨੂੰ ਲਾਹ ਕੇ ਗੋਦੜੀ ਜੀ ਵਿੱਚ ਪਾ ਲਿਆ। ਇਹ ਸੁਣਾਉਣਾ ਕੀਤੀ ਸਾਰੀ ਜਿਹੜੀ ਵਿਥਿਆ ਹੈ ਬਾਬਾ ਸ਼੍ਰੀ ਚੰਦ ਜੀਆਂ ਇਸ ਜਹਾਂਗੀਰ ਦੇ ਤਾਈ। ਹਮ ਅਬ ਜਾਤ ਸੋ ਲੇਹ ਸੰਭਾਰੇ। ਕਹਿੰਦੇ ਅਸੀਂ ਇਹ ਜਾਵਾਂਗੇ ਤੇ ਇਹਨੂੰ ਫੇਰ ਆਪਦੇ ਆਪ ਸਰੀਰ ਤੇ ਸੰਭਾਲ ਲਵਾਂਗੇ। ਤਨ ਕੇਸਰ ਸੁਨ ਅਚਰਜ ਧਾਰੇ। ਤੇ ਜਹਾਂਗੀਰ ਵੇਖ ਕੇ ਖਾਲਸਾ ਜੀ ਬੜਾ ਹੈਰਾਨ ਹੋਇਆ ਵੀ ਇਹ ਕੈਸੇ ਸਾਧੂ ਹੈ। ਇਹ ਕਹਿੰਦਾ ਸੀ ਨਾ ਮੈਂ ਵੇਖਣੀ ਕਿੰਨੀ ਕੁ ਸ਼ਕਤੀ ਵਾ ਬਾਬਾ ਸ਼੍ਰੀ ਚੰਦ ਵਿੱਚ, ਤੇ ਵੇਖ ਕੇ ਹੈਰਾਨ ਹੁੰਦਾ ਵੀ ਇਹੋ ਜਿਹੇ ਵਾ ਵੀ ਜਦੋਂ ਜੀ ਕਰਦਾ ਤਾਪ ਚੜਿਆ ਲਾਹ ਕੇ ਝੋਲੀ ਵਿੱਚ ਪਾ ਲੈਂਦੇ ਆ, ਜਦੇ ਮਨ ਕਰਦਾ ਫੇਰ ਇਹਨੂੰ ਆਗਿਆ ਦੇ ਦਿੰਦੇ ਵਾ। ਤੋ ਇਹੋ ਜੀ ਜਦੋਂ ਵੇਖੀ ਵਾ ਬਾਬਾ ਸ਼੍ਰੀ ਚੰਦ ਜੀਆਂ ਦੀ ਵਡਿਆਈ, ਇਹ ਬਾਦਸ਼ਾਹ ਬੜਾ ਹੈਰਾਨ ਹੁੰਦਾ ਹੈ। ਹਿਤ ਰੁਖ ਸਦ ਬਹ ਭੇਟ ਮੰਗਾਈ। ਤੇ ਫਿਰ ਜਦੋਂ ਵਿਦਾ ਕਰਨਾ ਬਾਬਾ ਸਾਹਿਬ ਬਾਬਾ ਸ਼੍ਰੀ ਚੰਦ ਜੀਆਂ ਨੂੰ ਤੇ ਬੜੀ ਭੇਟਾ ਇਹਨੇ ਮੰਗਾਉਣਾ ਕੀਤੀ ਹੈ। ਗੁਰ ਸਤ ਲਈ ਨਾ ਤਜ ਤਿਸ ਥਾਈ। ਤੇ ਪਾਰੇ ਬ੍ਰਹਮ ਗਿਆਨੀਆਂ ਨੂੰ ਕੀ ਖਾਲਸਾ ਜੀ ਬਾਬਾ ਸ਼੍ਰੀ ਚੰਦ ਜੀ ਨਿਰਲੇਪ ਸੀਗੇ ਤੇ ਉਹ ਲਿਆਇਆ ਸਭ ਕੁਝ ਆ ਜਹਾਂਗੀਰ ਦੇਣ ਵਾਸਤੇ। ਉਹ ਬਾਬਾ ਸ਼੍ਰੀ ਚੰਦ ਮਹਾਂਪੁਰਸ਼ ਅੰਗੀਕਾਰ ਨਹੀਂ ਕੁਝ ਕੀਤਾ, ਸਭ ਉੱਥੇ ਹੀ ਧਰਾਇਆ ਛੱਡ ਦਿੱਤਾ। ਲੇਖਿੰਥਾ ਸੇਵਕ ਪਰ ਚੜ੍ਹੇ। ਤੇ ਆਪਦੀ ਉਹ ਗੋਦੜੀ ਜੀ ਬਾਬਾ ਸ਼੍ਰੀ ਚੰਦ ਦੀਆਂ ਪਾਈ ਮੋਢੇ ਤੇ, ਉਹ ਫੇਰ ਭਾਈ ਗੋਦੜੀਆ ਜੀ ਦੇ ਮੋਢੇ ਤੇ ਜਾ ਚੜੇ ਹਨ। ਤੁਰ ਕੇਸਰ ਕੇ ਸੰਛੈ ਕੱਢੇ। ਉਹ ਜਿਹੜਾ ਤੁਰਕ ਦੇ ਵਿੱਚ ਸੰਸਾ ਸੀ ਨਾ ਬਾਦਸ਼ਾਹ ਦੇ ਹਿਰਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਵਿੱਚ ਕਰਾਮਾਤ ਹੈ ਕਿ ਨਹੀਂ ਹੈ, ਉਹ ਇਹਦਾ ਸਾਰਾ ਹੀ ਸੰਸਾਰ ਆ ਜਦੋਂ ਤਈਆ ਚੜਿਆ ਤੇ ਉਹ ਸਾਰਾ ਸ਼ੰਕਾ ਇਹਦਾ ਕੱਢ ਚੱਲੇ ਆ ਬਾਬਾ ਸ਼੍ਰੀ ਚੰਦ ਜੀ। ਜਾਏ ਆਪਣੇ ਥਾਨ ਬਿਰਾਜੇ। ਇੱਥੋਂ ਜਾ ਕੇ ਫਿਰ ਟਾਹਲਾ ਸਾਹਿਬ ਦੇ ਪਾਵਨ ਸਥਾਨ ਤੇ ਵਿਰਾਜਮਾਨ ਹੋਏ। ਸ਼੍ਰੀ ਚੰਦ ਰਸ ਜੋਗ ਜੋ ਪਾਗੇ। ਤੇ ਸ਼੍ਰੀ ਚੰਦ ਬਾਬਾ ਸ਼੍ਰੀ ਚੰਦ ਜੀ ਫਿਰ ਜਿਹੜੇ ਜੋਗ ਦੇ ਰਸ ਵਿੱਚ ਐਨ ਭਿੱਜੇ ਹੋਏ ਸਨ। ਖਟਪਟ ਸਾਹੀ ਲੱਗ ਜਗ ਰਹੇ। ਇਸੇ ਪ੍ਰਕਾਰ ਫਿਰ 6 ਪਾਤਸ਼ਾਹੀਆਂ ਤੱਕ ਖਾਲਸਾ ਜੀ 132 ਵਰਿਆਂ ਤੋਂ ਵਧੇਰੇ ਤੀਕਰ ਇਹਨਾਂ ਦੀ ਉਮਰ ਰਹੀ। 6 ਪਾਤਸ਼ਾਹੀਆਂ ਤੱਕ ਖਾਲਸਾ ਜੀ ਬਾਬਾ ਸ਼੍ਰੀ ਚੰਦ ਜੀਆਂ ਦੇ ਇਹਨਾਂ ਨੇ ਦਰਸ਼ਨ ਕੀਤੇ, ਦਰਸ਼ਨ ਦਿੱਤੇ ਆ। ਤੋ ਇੰਨੀ ਉਮਰ ਭੋਗੀ ਹੈ ਬਾਬਾ ਸ਼੍ਰੀ ਚੰਦ ਜੀਆਂ 6 ਪਾਤਸ਼ਾਹੀਆਂ ਤੀਕਰ। ਅਧਿਕ ਆਰ ਬਲ ਤਨ ਕੀ ਲਹੇ। ਤੇ ਜਿਨ੍ਹਾਂ ਦੀ ਵੱਡੀ ਆਰਬਲਾ ਸੀਗੀ ਉਮਰ 132 ਵਰਿਆਂ ਤੋਂ ਉੱਪਰ। ਸ਼੍ਰੀ ਗੁਰ ਹਰਗੋਬਿੰਦ ਕੇ ਨੰਦ। ਤੇ ਜਿਹੜੇ ਧੰਨ ਸਾਹਿਬ ਸ਼੍ਰੀ ਗੁਰੂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਸਨ। ਸ਼੍ਰੀ ਬਾਬਾ ਗੁਰਦਿੱਤਾ ਚੰਦ। ਜਿਨ੍ਹਾਂ ਦਾ ਨਾਮ ਧੰਨ ਬਾਬਾ ਗੁਰਦਿੱਤਾ ਜੀ ਚੰਦ ਸਰੀਖੇ ਮੁਖ ਵਾਲੇ, ਜਿਹੜੇ ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਦੇ ਪੁੱਤਰ ਹੋਏ ਆ। ਜਿਨ੍ਹਾਂ ਜਾਏ ਕਰ ਸੀਸ ਨਿਵਾਵਾ। ਤੋ ਇੱਕ ਵਾਰੀ ਬਾਬਾ ਗੁਰਦਿੱਤਾ ਜੀਆਂ ਨੇ ਫਿਰ ਖਾਲਸਾ ਜੀ ਫਿਰ ਬਾਬਾ ਸ਼੍ਰੀ ਚੰਦ ਜੀਆਂ ਨੂੰ ਸੀਸ ਨਵਾਇਆ। ਇਹ ਪਰਿਵਾਰ ਸਮੇਤ ਖਾਲਸਾ ਜੀ ਗੁਰੂ ਹਰਗੋਬਿੰਦ ਰਾਏ ਮਹਾਰਾਜ ਜਦੋਂ ਗੁਰਧਾਮਾਂ ਦੇ ਦਰਸ਼ਨ ਕਰਨ ਗਏ, ਨਨਕਾਣਾ ਸਾਹਿਬ ਗਏ ਆ, ਉਥੇ ਖਾਲਸਾ ਜੀ ਇਥੋਂ ਸਿੱਖਾਂ ਨੂੰ ਪੁੱਛਿਆ ਵੀ ਸੁਣਿਆ ਵੀ ਬਾਬਾ ਸ਼੍ਰੀ ਚੰਦ ਜੀ ਵੀ ਗੁਰੂ ਨਾਨਕ ਮਹਾਰਾਜ ਦੇ ਸਾਹਿਬਜ਼ਾਦੇ ਇੱਥੇ ਲਾਗੇ ਰਹਿੰਦੇ ਆ। ਸਿੱਖਾਂ ਦੱਸ ਪਾਈ। ਫਿਰ ਇੱਥੋਂ ਖਾਲਸਾ ਜੀ ਗੁਰੂ ਹਰਗੋਬਿੰਦ ਰਾਏ ਮਹਾਰਾਜ ਬਾਬਾ ਸ਼੍ਰੀ ਚੰਦ ਜੀਆਂ ਦੇ ਪਾਸ ਗਏ ਸੀਗੇ ਦਰਸ਼ਨ ਕਰਨ ਵਾਸਤੇ। ਤੇ ਮਹਾਰਾਜ ਦੇ ਸਾਹਿਬਜ਼ਾਦੇ ਸੀਗੇ ਗੁਰੂ ਬਾਬਾ ਸ਼੍ਰੀ ਚੰਦ ਜੀ, ਇਸ ਕਰਕੇ ਸਤਿਕਾਰ ਕਰਨ ਵਾਸਤੇ ਜਦੋਂ ਗਏ ਬਾਬਾ ਸ਼੍ਰੀ ਚੰਦ ਜੀਆਂ ਦੇ ਪਾਸ। ਬਾਬਾ ਸ਼੍ਰੀ ਚੰਦ ਦੀ ਉਮਰ ਵਡੇਰੀ ਸੀਗੀ। ਤੋ ਇਸ ਪ੍ਰਕਾਰ ਬਾਬਾ ਸ਼੍ਰੀ ਚੰਦ ਜੀਆਂ ਨੇ ਖਾਲਸਾ ਜੀ ਫਿਰ ਸੁਤੇ ਹੀ ਬਚਨ ਕੀਤਾ ਵੀ ਕਿੰਨੇ ਸਾਹਿਬਜ਼ਾਦੇ ਆ। ਗੁਰੂ ਹਰਗੋਬਿੰਦ ਰਾਏ ਮਹਾਰਾਜ ਜੀ ਨੇ ਦੱਸਿਆ ਕਿ ਬਾਬਾ ਜੀ ਇਹ ਬਾਬਾ ਗੁਰਦਿੱਤਾ ਜੀ ਨਾਲ ਹੀ ਸੀਗੇ ਸਾਰੇ ਸਾਹਿਬਜ਼ਾਦੇ ਵੀ। ਆ ਬਾਬਾ ਗੁਰਦਿੱਤਾ ਜਾਂ ਗੁਰਦਿੱਤਾ ਜੀ ਇੱਕ ਆ ਸਾਹਿਬਜ਼ਾਦੇ
ਸੂਰਜ ਮੱਲ ਸਾਹਿਬਜ਼ਾਦੇ ਅਣੀ ਰਾਏ ਅਟਲ ਰਾਏ, ਇਸ ਪ੍ਰਕਾਰ ਤੇਗ ਮੱਲ ਜੀ, ਇਹ ਸਾਡੇ ਸਾਹਿਬਜ਼ਾਦੇ ਆ। ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਬਾਬੇ ਕਿਆਂ ਨੂੰ ਕਿਹੜਾ ਦਿਓਗੇ, ਸਾਡੇ ਵਾਸਤੇ ਕੀ ਰੱਖਿਆ ਹੈ। ਮਹਾਰਾਜ ਕਹਿੰਦੇ ਬਾਬਾ ਜੀ ਸਭ ਤੁਹਾਡੇ ਹੀ ਆ। ਕਹਿੰਦੇ ਫਿਰ ਸਾਡੇ ਤੇ ਆ ਵੱਡਾ ਹੀ ਦੇ ਜੋ ਸਾਨੂੰ, ਬਾਬਾ ਗੁਰਦਿੱਤਾ ਜੀ। ਉਸ ਸਮੇਂ ਫਿਰ ਹਰਗੋਬਿੰਦ ਰਾਏ ਮਹਾਰਾਜ ਸਤਿਗੁਰਾਂ ਫਿਰ ਹੁਕਮ ਕੀਤਾ ਬਾਬਾ ਗੁਰਦਿੱਤਾ ਜੀਆਂ ਨੂੰ ਵੀ ਬਾਬਾ ਸ਼੍ਰੀ ਚੰਦ ਜੀਆਂ ਦੇ ਚਰਨੀ ਮੱਥਾ ਟੇਕੋ। ਉਹ ਕਵੀ ਜਾਂ ਬਾਬਾ ਰਾਮ ਕੌਰ ਜੀ ਇੱਥੇ ਟੂਕ ਮਾਤਰ ਦੱਸ ਰਹੇ ਆ। ਫਿਰ ਬਾਬਾ ਗੁਰਦਿੱਤਾ ਜੀ ਖਾਲਸਾ ਜੀ ਇੱਥੇ ਰਹੇ ਇਹਨਾਂ ਦੇ ਪਾਸ। ਤੋ ਇਸ ਪ੍ਰਕਾਰ ਅੱਗੇ ਉਹ ਪ੍ਰਸੰਗ ਆਵੇਗਾ ਉਹ ਕੁਲੇ ਦਾ। ਤੋ ਬਾਬਾ ਗੁਰਦਿੱਤਾ ਜੀਓ ਫਿਰ ਇਹਨਾਂ ਦੇ ਸੇਵਕ ਹੋਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ। ਬਿਨੈ ਠਾਣ ਬਹ ਭਾਵ ਵਧਾਵਾ, ਤੇ ਜਿਨ੍ਹਾਂ ਨੇ ਬਿਨਾਂ ਠਾਣ ਬੇਨਤੀ ਕਰਕੇ ਬਹੁਤ ਜਿਹੜਾ ਵੇ ਇਸ ਪ੍ਰਕਾਰ ਜਿਹੜਾ ਵੈ ਭਾਵ ਵਧਾਵਾ ਬੇਨਤੀ ਕੀਤੀ ਤੇ ਬੜਾ ਭਾਵ ਕਹੀਏ ਪ੍ਰੇਮ ਬਾਬਾ ਗੁਰਦਿੱਤਾ ਜੀਆਂ ਕੀਤਾ, ਵਧਾਉਣਾ ਕੀਤਾ ਬਾਬਾ ਸ਼੍ਰੀ ਚੰਦ ਜੀਆਂ ਦੇ ਪਰਥਾਏ। ਕੁਲ ਹੈ ਉਤਾਰ ਤਬਹਿ ਨਿਜ ਸਿਰ ਤੇ, ਬਾਬਾ ਸ਼੍ਰੀ ਚੰਦ ਜੀਆਂ ਵੀ ਖਾਲਸਾ ਜੀ ਬਾਬਾ ਗੁਰਦਿੱਤਾ ਜੀ ਨੂੰ ਬਹੁਤ ਪ੍ਰੇਮ ਦਿੱਤਾ। ਆਪਦੇ ਸਿਰ ਦੀ ਪੱਗ ਕੁਲ ਹੈ ਉਹ ਹੁੰਦੀ ਟੋਪੀ ਵਰਗੀ ਪੱਗ ਤੋਂ 7 ਟਾਕੀਆਂ ਦੀ ਬਣਦੀ ਵੈ, ਉਹ ਜਿਹੜੀ ਕੁਲ ਹੈ ਆਪਣੇ ਸੀਸ ਦੀ ਉਤਾਰ ਕੇ ਉੱਥੇ ਗੁਰੂ ਹਰਗੋਬਿੰਦ ਰਾਏ ਮਹਾਰਾਜ ਦੇ ਵੇਖਦੇ ਹੀ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਰੱਖ ਦਿੱਤੀ। ਤਿਨ ਕੇ ਸੀਸ ਧਰੀ ਨਿਜ ਕਰਤੇ, ਤੇ ਆਪਣੇ ਹੱਥਾਂ ਨਾਲ ਬਾਬਾ ਗੁਰਦਿੱਤਾ ਜੀਆਂ ਦੇ ਸੀਸ ਤੇ ਪੱਗ ਰੱਖ ਦਿੱਤੀ ਆਪਣੀ ਬਾਬਾ ਸ਼੍ਰੀ ਚੰਦ ਜੀਆਂ ਨੇ। ਆਪਨ ਸਥਾਨ ਥਾਪ ਕਰ ਆਪ, ਤੇ ਆਪਦੇ ਸਥਾਨ ਤੇ ਧੰਨ ਬਾਬਾ ਗੁਰਦਿੱਤਾ ਜੀਆਂ ਨੂੰ ਦੂਜੀ ਥਾਵੇਂ ਬਾਬਾ ਸ਼੍ਰੀ ਚੰਦ ਜੀਆਂ ਥਾਪ ਦਿੱਤਾ। ਕਰਤ ਭਏ ਦੀਰਘ ਪ੍ਰਤਾਪ, ਭਾਵ ਸੀ ਉਹਨਾਂ ਦਾ ਕਿ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਸਮੇਂ ਗੁਰਤਾ ਤਾਂ ਇਹ ਤੁਹਾਡੇ ਵੰਸ਼ ਨੂੰ ਮਿਲੀ ਗਈ ਹੈ, ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ ਸੋਢੀਆਂ ਨੂੰ। ਆ ਸਾਡੇ ਕੋਲ ਜਿਹੜੀ ਕਰਾਮਾਤ ਹੈਗੀ ਹੈ ਵੀ ਚਲੋ ਆ ਫਕੀਰੀ ਆ ਸਾਡੇ ਪਾਸ, ਇਹ ਵੀ ਤੁਹਾਡੇ ਘਰ ਨੂੰ ਦਿੱਤੀ। ਤੋ ਖਾਲਸਾ ਜੀ ਇਹ ਬਾਬਾ ਗੁਰਦਿੱਤਾ ਜੀਆਂ ਨੂੰ ਜਾਂ ਇਹ ਸੋਢੀਆਂ ਨੂੰ ਫਿਰ ਫਕੀਰੀ ਵੀ ਜਿਹੜੀ ਵੈ ਚਾਹੇ ਸਮਰੱਥ ਸਨ ਪਰ ਇਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਸੰਤਾਨ ਸੀਗੇ ਬਾਬਾ ਸ਼੍ਰੀ ਚੰਦ ਜੀ। ਤੋ ਇਸ ਪ੍ਰਕਾਰ ਇਹ ਸਾਰਾ ਜਿਹੜਾ ਵਾ ਪ੍ਰਸੰਗ ਭਾਈ ਸਾਹਿਬ ਸੁਣਾ ਰਹੇ ਹਨ। ਸ੍ਰੀ ਬਾਬਾ ਗੁਰਦਿੱਤਾ ਫੇਰ, ਤੇ ਇਸ ਪ੍ਰਕਾਰ ਜਿਹੜੇ ਧੰਨ ਬਾਬਾ ਗੁਰਦਿੱਤਾ ਜੀ ਸਨ ਸਰਬ ਰੀਤ ਤੇ ਭਏ ਵਡੇਰ, ਇਹ ਫਿਰ ਸਾਰੇ ਪਾਸਿਓਂ ਵੱਡੇ ਕਰ ਦਿੱਤੇ ਸੀ। ਪਹਿਲਾਂ ਉਹਨਾਂ ਨੂੰ ਭਾਈ ਗੁਰਦਿੱਤਾ ਕਹਿੰਦੇ ਸੀ, ਹੁਣ ਪੰਥ ਅੰਦਰ ਵੀ ਖਾਲਸਾ ਜੀ ਬਾਬਾ ਗੁਰਦਿੱਤਾ ਦਾ ਜਿਹੜਾ ਇਹ ਖਿਤਾਬ ਮਿਲਿਆ ਬਾਬਾ ਸ਼੍ਰੀ ਚੰਦ ਜੀਆਂ ਦਿੱਤਾ ਸੀਗਾ ਬਾਬਾ ਗੁਰਦਿੱਤਾ ਜੀ ਨੂੰ। ਤਦੇ ਹੀ ਫਿਰ ਗੁਰੂ ਹਰਗੋਬਿੰਦ ਰਾਏ ਮਹਾਰਾਜ ਵੀ ਖਾਲਸਾ ਜੀ ਬਾਬਾ ਗੁਰਦਿੱਤਾ ਜੀ ਆਖਦੇ ਹੁੰਦੇ ਸੀ, ਹਾਲਾਂਕਿ ਪੁੱਤਰ ਸੀਗੇ ਫੇਰ ਵੀ ਬਾਬਾ ਗੁਰਦਿੱਤਾ ਜੀ ਕਹਿ ਕੇ ਸੰਬੋਧਨ ਹੁੰਦੇ, ਕਿਉਂਕਿ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਪਾਤਸ਼ਾਹ ਦੇ ਸਪੁੱਤਰ ਦੇ ਵਡਿਆਏ ਹੋਏ ਸੀਗੇ ਬਾਬਾ ਗੁਰਦਿੱਤਾ ਜੀ। ਇਹੋ ਜੀ ਵੱਡੀ ਪਦਵੀ ਪ੍ਰਾਪਤ ਹੋਈ। ਇਨਕੇ ਸਿੱਖ ਭੇ ਚਾਰ ਅਗਾਰੀ, ਬਾਬਾ ਗੁਰਦਿੱਤਾ ਜੀ ਦੇ 4 ਅੱਗੇ ਚੇਲੇ ਸਿੱਖ ਹੋਏ, ਸੇਵਕ ਹੋਏ ਆ, ਜਿਨ੍ਹਾਂ ਬੈਠ ਕੀਣ ਸਤਪ ਭਾਰੀ, ਜਿਨ੍ਹਾਂ ਨੇ ਇੱਥੇ ਬਹਿ ਕਰਕੇ ਬਾਬਾ ਗੁਰਦਿੱਤਾ ਜੀਆਂ ਦੇ ਪਾਸ ਬੜਾ ਭਾਰੀ ਤਪ ਕੀਤਾ। ਦੋਹਰਾ ਬਾਲੂ ਹਸਨਾ ਫੂਲ ਪੁੰਨ, ਇੱਕ ਦਾ ਨਾਮ ਬਾਲੂ ਹਸਨਾ ਹੈ, ਦੂਜਾ ਫੂਲ ਨਾਮ ਆਉਂਦਾ ਹੈ। ਗੋਂਦਾ ਅਰ ਅਲਸਮਤ, ਇੱਕ ਆ ਗੋਂਦਾ ਨਾਮ ਦਾ ਕਾਬਲ ਦੇ ਰਹਿਣ ਵਾਲਾ ਤੇ ਅਲਮਸਤ ਨਾਮ ਦਾ ਇੱਕ ਸਿੱਖ ਹੈ। ਮੁਖ ਉਦਾਸੀ ਇਹ ਭਏ, ਇਹ ਉਦਾਸੀਆਂ ਵਿੱਚ ਮੁੱਖ ਪਏ। ਫਿਰ ਸ਼੍ਰੇਸ਼ਟ ਜਿਹੜੇ ਉਦਾਸੀਆਂ ਦੀ ਰੀਤ ਖਾਲਸਾ ਜੀ ਜਿਹੜੀ ਚਲਾਈ ਬਾਬਾ ਸ਼੍ਰੀ ਚੰਦ ਤੋਂ ਅੱਗੇ ਬਾਬਾ ਗੁਰਦਿੱਤਾ ਜੀ, ਇਥੋਂ ਫਿਰ 4 ਧੂਣੇ ਪ੍ਰਸਿੱਧ ਹੋਏ ਸੀ। ਅਜੇ ਵੀ ਖਾਲਸਾ ਜੀ ਹੁਣ ਚਾਹੇ ਬੇਅੰਤ ਪੰਥ ਫੈਲਿਆ ਉਦਾਸੀਆਂ ਦਾ ਬਾਬਾ ਸ਼੍ਰੀ ਚੰਦ ਜੀ ਦਾ, ਪਰ ਅੱਜ ਵੀ 4 ਧੂਣੇ ਖਾਲਸਾ ਜੀ ਇਹਨਾਂ ਦੀ ਯਾਦ ਵਿੱਚ, ਇੱਕ ਬਾਲੂ ਹਸਨਾ, ਦੂਜਾ ਭਾਈ ਫੂਲ ਜੀ, ਤੀਜਾ ਭਾਈ ਗੋਂਦਾ ਜੀ ਤੇ ਚੌਥੇ ਭਾਈ ਅਲਮਸਤ ਜੀ। ਇਹ 6ਵੇਂ ਪਾਤਸ਼ਾਹ ਦੇ ਸਿੱਖ ਸਨ ਖਾਲਸਾ ਜੀ। ਇਹ 4 ਹੀ ਫਿਰ ਇੱਥੇ ਆ ਗਏ ਸੀ ਬਾਬਾ ਗੁਰਦਿੱਤਾ ਜੀ ਦੇ ਨਾਲ। ਤੋ ਇਹਨਾਂ ਨੇ ਫਿਰ ਇੱਥੇ ਖਾਲਸਾ ਜੀ ਬੜੀ ਭਾਰੀ ਤਪ ਕੀਤਾ ਤੇ ਬੜੀ ਮਹਿਮਾ ਹੋਈ ਇਹਨਾਂ ਦੀ। ਅੱਗੇ ਬੜਾ ਉਦਾਸੀ ਪੰਥ ਜਿਹੜਾ ਫੈਲਾ ਹੋਇਆ। ਬਾਹਰੋਂ ਸਾਧ ਸਮਸਤ, ਇਸ ਤੋਂ ਬਾਅਦ ਕਹਿੰਦੇ ਵਾ ਕਿ ਬਾਹਰੋਂ ਸਾਧ ਬਹੁਤ ਸਾਧੂ ਹੋਏ। ਉਸ ਤੋਂ ਬਾਅਦ ਤਾਂ ਬੇਅੰਤ ਸਾਧੂ ਜਿਹੜੇ ਹੋਏ ਹਨ ਇਸ ਉਦਾਸੀ ਪੰਥ ਦੇ ਅੰਦਰ। ਚਾ ਭਈ ਤਿਨ ਤੇ ਵਿਦਤੇ ਉਹ ਪੰਥ ਉਦਾਸੀ, ਇਸ ਤੋਂ ਬਾਅਦ ਪ੍ਰਗਟ ਹੋਇਆ ਪੰਥ ਉਦਾਸੀ। ਇਹਨਾਂ ਤੋਂ ਫਿਰ ਉਦਾਸੀ ਪੰਥ ਜਿਹੜਾ ਖਾਲਸਾ ਜੀ ਹੁਣ ਵੀ ਆ ਮੂਰਖ ਲੋਕ ਉਹਨਾਂ ਨੂੰ RSS ਵਾਲੇ ਦੱਸੀ ਜਾਂਦੇ ਵਾ, ਪਰ ਖਾਲਸੇ ਜੀ ਬਾਬਾ ਸ਼੍ਰੀ ਚੰਦ ਦਾ ਜਿਹੜਾ ਵਾ ਉਹ ਚਲਾਇਆ ਹੋਇਆ ਪੰਥ ਉਦਾਸੀ ਪੰਥ ਹੈ। ਬਹੁਤ ਵਿਦਵਾਨ ਪੁਰਖ ਖਾਲਸਾ ਜੀ ਅੱਜ ਵੀ ਕਲਾ ਵਰਤੀ ਉਹਨਾਂ ਦੇ ਜਿਹੜੇ ਵਾ ਉਦਾਸੀਆਂ ਦੇ ਵਿੱਚ।
ਤੋ ਇਹਨਾਂ ਤੋਂ ਫਿਰ ਪ੍ਰਗਟ ਪੰਥ ਹੋਇਆ ਉਦਾਸੀ ਪੰਥ, ਜਿਨ੍ਹਾਂ ਦਾ ਨਾਮ ਹੈ ਲੱਖਾਂ ਭਏ ਕਰਹਿ ਤਪ ਰਾਸੀ। ਤੋ ਲੱਖਾਂ ਹੀ ਖਾਲਸਾ ਜੀ ਤਪੀਸ਼ਵਰ ਹੋਏ ਨਾ ਜਿਹੜਾ ਵੇ ਉਦਾਸੀਆਂ ਦੇ ਪੰਥ ਦੇ ਅੰਦਰ। ਸ਼੍ਰੀ ਨਾਨਕ ਕੇ ਆਸੋ ਜੋਗ ਨੰਦਨ। ਤੋ ਧੰਨ ਬਾਬਾ ਰਾਮਕੌਰ ਜੀ ਕਹਿੰਦੇ ਸਿੱਖੋ ਭਾਈ ਸੁਣੋ, ਇਹੋ ਜਿਹੇ ਸੀਗੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੋਵੇਂ ਸਪੁੱਤਰ ਬਾਬਾ ਲਖਮੀ ਚੰਦ ਜੀ, ਜਿਹੜੇ ਸਮੇਤ ਘੋੜੇ ਪਤਨੀ ਦੇ ਸੱਚਖੰਡ ਗਏ, ਐਡੀ ਅਜਮਤ ਦੇ ਮਾਲਕ, ਤੇ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਜਹਾਂਗੀਰ ਦੀ ਪਰਖ ਫਿਰ ਜਿਹੜੀ ਸ਼ੰਕਾ ਮਨ ਦਾ ਕੱਢਿਆ ਸੀਗਾ। ਇਹੋ ਜਿਹੇ ਸਨ ਅਜਮਤਾਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਦੇ ਦੋਵੇਂ ਸਾਹਿਬਜ਼ਾਦੇ ਜੋ ਹਨ। ਕਵ ਸੰਤੋਖ ਸਿੰਘ ਠਾਨਤ ਬੰਦਨ। ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਇਹੋ ਜਿਹੇ ਸਤਿਗੁਰਾਂ ਦੇ ਦੋਵਾਂ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਹਾਂ, ਧੰਨ ਬਾਬਾ ਸ਼੍ਰੀ ਚੰਦ ਜੀ ਨੂੰ ਤੇ ਧੰਨ ਬਾਬਾ ਲਖਮੀ ਚੰਦ ਜੀ ਨੂੰ। ਇਹ ਖਾਲਸਾ ਜੀ ਇੰਨੀ ਵਡਿਆਈ ਜਿਹੜੀ ਵੈ ਪ੍ਰਤਾਪ ਦੱਸਣਾ ਕੀਤਾ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ। ਜੋ ਅਗਿਆਨ ਦੇ ਖਾਲਸਾ ਜੀ ਵਸ ਹੋਏ ਬੜੇ ਲੋਕ ਬਾਬਾ ਸ਼੍ਰੀ ਚੰਦ ਜੀਆਂ ਨੂੰ ਅਪਸ਼ਬਦ ਬੋਲਦੇ ਵੈ, ਬਾਬਾ ਲਖਮੀ ਦਾਸ ਜੀਆਂ ਨੂੰ ਖਾਲਸਾ ਜੀ ਅਸੀਂ ਉਹਨਾਂ ਦੀ ਜੁੱਤੀ ਵਰਗੇ ਨਹੀਂ। ਖਾਲਸਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਕਿੱਡੇ ਵੱਡੇ ਭਾਗ ਹੋਣਗੇ, ਜਿਨ੍ਹਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਤੋ ਇਹ ਖਾਲਸਾ ਜੀ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਪੁੱਤਰ ਹੋਣ ਦਾ ਮਾਣ ਤੇ ਇਹਨਾਂ ਨੂੰ ਹਾਸਲ ਹੋਇਆ ਹੈ, ਉਹਨਾਂ ਦਾ ਖਾਲਸਾ ਜੀ ਬਣਦਾ ਸਤਿਕਾਰ ਅਦਬ ਕਰਨਾ ਚਾਹੀਏ। ਕਦੇ ਨਿਰਾਦਰ ਦੇ ਬਚਨ ਬਾਬਾ ਸ਼੍ਰੀ ਚੰਦ ਜੀਆਂ ਦੇ ਪਰਥਾਏ ਖਾਲਸਾ ਜੀ ਜੋ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੰਕਤੀ ਇਹ ਆਸਰਾ ਲੈਂਦੇ ਵਾ ਕਿ ਸਿੱਖਾਂ ਪੁੱਤਰਾਂ ਘੋ ਕੈ ਸਭ ਉਮਤ ਵੇਖਾ ਜੇ ਕਿਉਂ, ਜਾਂ ਸੁੱਧ ਹੋਸਤਾ ਲਹਿਣਾ ਟਕਿਉਣ ਤੋ ਜਾਂ ਪੁੱਤਰ ਆਕੀ ਹੋਏ ਦੀ ਬਾਪ ਤੇ ਰਾਏ ਬਲਵੰਡੇ ਸੱਤੇ ਜੀ ਦੀ ਵਾਰ ਵਿੱਚੋਂ ਜਿਹੜੀ ਇਹ ਕਰਦੇ ਵੈ ਅਕਸਰ। ਪਰ ਖਾਲਸਾ ਜੀ ਜੇ ਉਹ ਪੁੱਤਰ ਆਕੀ ਹੋਏ ਗੁਰਤਾ ਦਾ ਤਿਲਕ ਵੀ ਫਿਰ ਭਾਈ ਲਹਿਣਾ ਜੀਆਂ ਨੂੰ ਮਿਲਿਆ ਨਾ, ਜਾਂ ਸੁੱਧ ਹੋਸਤਾ ਲਹਿਣਾ ਟਕਿਉਣ। ਤੋ ਇਹ ਗੁਰੂ ਨਾਨਕ ਪਾਤਸ਼ਾਹ ਨੇ ਅੰਤਲੇ ਸਮੇਂ ਬਖਸ਼ ਦਿੱਤੇ ਸੀ। ਤੁਸੀਂ ਕਥਾ ਸੁਣੀ ਹੈ ਨਾਨਕ ਪ੍ਰਕਾਸ਼ ਦੀ। ਅੰਤਲੇ ਸਮੇਂ ਮਹਾਰਾਜ ਨੇ ਦੋਵਾਂ ਪੁੱਤਰਾਂ ਨੂੰ ਜਾਂਦੀ ਵਾਰੀ ਇਹਨਾਂ ਦੀ ਭੁੱਲ ਬਖਸ਼ਿਸ਼ ਕਰਕੇ, ਕਿਉਂਕਿ ਖਾਲਸਾ ਜੀ ਪਰਮੇਸ਼ਰ ਅਕਾਲ ਪੁਰਖ ਦਾ ਵੈਰ ਥੋੜੀ ਵਾ ਕਿਸੇ ਨਾਲ। ਤੋ ਪਰਮੇਸ਼ਰ ਇਹਨਾਂ ਦੋਵਾਂ ਨੂੰ ਬਖਸ਼ ਕਰਕੇ ਗਏ ਸੀ ਤੇ ਨਾਲ ਹੀ ਇਹ ਬਖਸ਼ਿਸ਼ ਕਰਕੇ ਗਏ ਸੀ ਕਿ ਤੁਹਾਡੇ ਸਭ ਸਿੱਖ ਸੰਗਤਾਂ ਸਤਿਕਾਰ ਕਰਨਗੀਆਂ ਤੇ ਤੁਹਾਡੇ ਚਰਨੀ ਪਿਆ ਕਰਨਗੀਆਂ। ਤੋ ਸਾਧ ਸੰਗਤ ਜੀ ਹੁਣ ਵੇਖ ਲਓ ਗੁਰੂ ਨਾਨਕ ਮਹਾਰਾਜ ਦਾ ਬਚਨ ਮੰਨਣਾ ਕਿ ਆ ਜਿਹੜੇ ਵੈ ਅੱਜ ਦੇ ਅਜੋਕੇ ਜਿਹੜੇ ਗਿਆਨੀ ਵੈ ਜਿਹੜੇ ਸ਼੍ਰੀ ਚੰਦ ਮਹਾਰਾਜ ਨੂੰ ਮਾੜਾ ਬੋਲਦੇ ਵੈ, ਤੋ ਗੁਰੂ ਨਾਨਕ ਪਾਤਸ਼ਾਹ ਨੇ ਖਾਲਸਾ ਜੀ ਇਹ ਆਖਿਆ ਸੀ ਕਿ ਸਭ ਸਿੱਖ ਤੁਹਾਡੇ ਸਤਿਕਾਰ ਕਰਿਆ ਕਰਨਗੇ। ਜੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਖਾਲਸਾ ਜੀ ਫਿਰ ਬਣਦਾ ਸਤਿਕਾਰ ਜ਼ਰੂਰ ਕਰੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅੱਗੇ ਜਿਹੜਾ ਖਾਲਸਾ ਜੀ ਜਿਵੇਂ ਪ੍ਰਸੰਗ ਚੱਲਦਾ ਗੁਰੂ ਪ੍ਰਣਾਲੀ, ਗੁਰੂ ਕੀ ਪ੍ਰਣਾਲੀ ਕਿਵੇਂ ਫਿਰ ਦਸਵੇਂ ਪਾਤਸ਼ਾਹ ਤੀਕਰ ਜਾਂ ਗੁਰੂ ਅੰਗਦ ਪਾਤਸ਼ਾਹ ਮਾਤਾ ਖੀਵੀ ਜੀ, ਇਹ ਸਾਰਾ ਇਤਿਹਾਸ ਖਾਲਸਾ ਜੀ ਜਿਵੇਂ ਜਿਵੇਂ ਤਿਣ ਭੱਲੇ ਤਿਣ ਕੁੱਲ ਭੱਲੇ ਕੁੱਲ ਜਿਵੇਂ ਵੀ ਮਹਾਰਾਜ ਦੇ ਅਵਤਾਰ ਹੋਏ, ਬੇਦੀ ਵੰਸ਼ ਸੋਢੀਆਂ ਦੀ ਵੰਸ਼, ਇਹਦੀ ਬਾਬਤ ਜਿਹੜੇ ਕਵੀ ਸੰਤੋਖ ਸਿੰਘ ਜੀ ਬਾਬਾ ਰਾਮਕੌਰ ਜੀ ਦੇ ਮੁਖੋਂ ਕਹਿਆ ਹੋਇਆ ਉਹ ਇਤਿਹਾਸ ਅੱਗੇ ਉਹ ਵਰਣਨ ਕਰਨਗੇ। ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤਿਨ ਤੇ ਬਿਦਤੇ ਉਹ ਪੰਥ ਉਦਾਸੀ, ਲੱਖਾਂ ਭਏ ਕਰਹਿ ਤਪ ਰਾਸੀ। ਸ਼੍ਰੀ ਨਾਨਕ ਕੇ ਆਸੋ ਜੋਗ ਨੰਦਨ, ਕਵ ਸੰਤੋਖ ਸਿੰਘ ਠਾਨਤ ਬੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਵੋ ਬਨਹਾਰ। ਹੈ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ।
ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।